PBC ਨਿਊਜ਼ ਦੇ ਗੱਲ ਪਤੇ ਦੀ ਪ੍ਰੋਗਰਾਮ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੈ ਕੇ ਆਏ ਅੱਜ ਦੀ ਖਾਸ ਰਿਪੋਰਟ ਸਿੱਧੂ ਦੀਆਂ 5 ਮੰਗਾਂ ਤੇ। ਇਸੇ ਤਰ੍ਹਾਂ ਹੀ ਸਾਡੇ ਨਾਲ ਸਾਡੇ ਸਾਥੀ ਗੁਰਲਾਲ ਸਿੰਘ ਜੀ ਤੇ ਮਹਿਲ ਸੈਣੀ ਜੀ ਜੁੜੇ ਨੇ। ਆਓ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਗੁਰਲਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸਵਾਗਤ ਹੈ ਸੈਣੀ ਸਾਹਿਬ ਤੁਹਾਡਾ ਵੀ ਜੀ। ਸ਼ੁਕਰੀਆ ਜੀ, ਸ਼ੁਕਰੀਆ ਜੀ। ਬੀਤੇ ਦਿਨੀ ਜਿਹੜੀਆਂ ਸਿੱਧੂ ਨੇ 5 ਮੰਗਾਂ ਕੈਪਟਨ ਅੱਗੇ ਰੱਖੀਆਂ ਨੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਮੰਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਗੁਰਲਾਲ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਇਹ ਹੁਣ ਪੰਜਾਬੀਆਂ ਨੂੰ ਮਿਲੂਗੀ ਇਨਸਾਫ, ਸਿੱਖਾਂ ਨੂੰ? ਇਨਸਾਫ ਤਾਂ ਪੰਜਾਬੀ ਸ਼ੁਰੂ ਤੋਂ ਹੀ ਭਾਲ ਦੇ ਵਿੱਚ ਰਹੇ ਨੇ, ਪਰ ਜ਼ਿਆਦਾਤਰ ਕਿਤੇ ਵੇਖਿਆ ਨਹੀਂ ਕਿ ਮਿਲਿਆ। ਇਹ ਜ਼ਰੂਰ ਹੈ ਸਿੱਟ ਬੈਠਦੀਆਂ ਰਹੀਆਂ ਨੇ, ਵੱਖ-ਵੱਖ ਜਿਹੜੀਆਂ ਜੋ ਡਿਪਾਰਟਮੈਂਟਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਕਿ ਜਲਦ ਤੋਂ ਜਲਦ ਇਹਦੇ 'ਤੇ ਕੰਮ ਕੀਤਾ ਜਾਏਗਾ। ਹੋਇਆ ਦੇਖਿਆ ਬਾਅਦ 'ਚ ਹਾਈ ਕੋਰਟ ਦੇ ਵਿੱਚ ਕਿਸ ਤਰੀਕੇ ਨਾਲ ਸਭ ਕੁਝ ਖਤਮ ਹੁੰਦਾ। ਉਸੇ ਤਰ੍ਹਾਂ ਫਿਰ ਹਾਲਾਤ ਜਿਵੇਂ ਪੰਜਾਬ ਦੇ ਬਣੇ ਆ, ਪੰਜਾਬੀ ਵਿਚਾਰੇ ਆਸਾਂ ਦੇ ਉੱਤੇ ਬੈਠੇ ਹੋਏ ਨੇ। ਤਾਂ ਉੱਥੇ ਹੁਣ ਜਿਹੜੀ ਅਸੀਂ ਇਸ ਵਕਤ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਜਾਂ ਨਵਾਂ ਚਿਹਰਾ ਜਿਹੜਾ ਕਾਂਗਰਸ ਦੇ ਵਿੱਚ ਜਿਹੜੀ ਨਵੀਂ ਪ੍ਰਧਾਨਗੀ ਜਿਹੜੀ ਸਿੱਧੂ ਦੇ ਹੱਥ ਪਈ ਹੈ ਜਾਂ ਝੋਲੀ ਪਈ ਹੈ, ਉਹਨਾਂ ਵੱਲੋਂ ਜਦੋਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਜਾਂਦੀ ਹੈ, ਉਹਨਾਂ ਵਿੱਚੋਂ 5 ਮੰਗਾਂ ਦੇ ਵਿੱਚੋਂ ਜਿਹੜੀ ਇੱਕ ਇਹ ਵੀ ਮੰਗ ਹੈ ਜਿਹਦਾ ਉਹ ਜ਼ਿਕਰ ਕਰਦੇ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉੱਤੇ ਜਿਹੜੀ ਬੇਅਦਬੀ ਹੋਈ ਸੀਗੀ, ਮਾफ़ ਕਰਨਾ, ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਵਾਈਆਂ ਜਾਣ। ਆਖਰਕਾਰ ਸਰਕਾਰ ਦੇ 4.5 ਸਾਲ ਬੀਤ ਚੱਲੇ ਨੇ, ਸਰਕਾਰ ਨੇ ਇਸ ਉੱਤੇ ਕੀ ਸੋਚਿਆ, ਕੀ ਕੀਤਾ? ਪਰ ਅੱਜ ਖੁਦ ਹੀ ਪ੍ਰਧਾਨ ਸਾਹਿਬ ਅੱਜ ਆਪਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਯਾਦ ਕਰਾ ਰਹੇ ਹੈ ਤੇ ਅੱਗੋਂ ਮੁੱਖ ਮੰਤਰੀ ਸਾਹਿਬ ਕਹਿ ਰਿਹਾ ਹੈ ਕਿ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਜਿਹੜੀ ਸਰਕਾਰ ਹੈ ਇਸ 5 ਮੰਗਾਂ ਜਾਂ ਜਿਹੜੀ ਤੁਸੀਂ ਮੰਗ ਕਹਿ ਰਹੇ ਹੋ ਉਹਦੇ 'ਤੇ ਕੰਮ ਕਰ ਰਹੀ ਹੈ। ਪਰ ਫਿਰ ਵੀ ਜਾ ਕੇ ਜਿਹੜੇ ਨਵੇਂ ਪ੍ਰਧਾਨ ਬਣੇ ਸਿੱਧੂ ਸਾਹਿਬ ਨੂੰ ਇਹ ਗੱਲ ਕਿਉਂ ਕਹਿਣੀ ਪਈ ਵੀ ਜਾ ਕੇ ਉਹਨਾਂ ਨੂੰ ਸਜ਼ਾ ਦਵਾਈਆਂ ਜਾਣ? ਕੀ ਲੱਗਦਾ ਇੱਥੇ ਕੁਝ ਘੋਲ ਹੈ ਕਿ ਪੰਜਾਬ ਸਰਕਾਰ ਜਾਂ ਕੈਪਟਨ ਸਾਹਿਬ ਕਿਸ ਤਰੀਕੇ ਨਾਲ ਇਸ ਉੱਤੇ ਜਿਹੜੀ ਕਾਰਵਾਈ ਕਰਦੇ? ਜ਼ਰੂਰ ਇਹ ਹੈ ਵੀ ਨਵੀਂ ਸਿੱਟ ਕਮਿਸ਼ਨ ਜਿਹੜੇ ਆ ਬਿਠਾ ਰਹੇ ਨੇ, ਪਰ ਇਹ ਅਜੇ ਤੱਕ ਇਨਸਾਫ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇਨਸਾਫ ਜਿਹੜਾ ਪੰਜਾਬੀਆਂ ਜਾਂ ਸਾਡੇ ਸਿੱਖ ਕੌਮ ਵਾਸਤੇ ਹੈ, ਇਹ ਸੋਚਣਾ ਇਹ ਹੋਏਗਾ ਕਿ ਮਿਲੇਗਾ ਕਦੋਂ। ਜਿਸ ਤਰ੍ਹਾਂ 84 ਦੇ ਦੰਗਿਆਂ ਉੱਤੇ ਤੁਸੀਂ ਦੇਖਿਆ ਕਿੱਡੇ ਲੰਮੇ ਕੇਸ ਚੱਲਦੇ ਰਹੇ, ਉਹਨਾਂ ਵਿੱਚੋਂ ਹਜੇ ਵੀ ਜਿਹੜੇ ਹੈ ਕਈ ਪੀੜਤ ਲੋਕ ਹੈ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਤਾਂ ਉਸੇ ਤਰ੍ਹਾਂ ਜਿਵੇਂ ਬੇਅਦਬੀ ਕਾਂਡ ਉੱਤੇ ਜਾਂ ਕੋਟਕਪੂਰਾ ਗੋਲੀ ਕਾਂਡ ਉੱਤੇ ਹੈ, ਦੇਖਿਆ ਵੀ ਪੋਲੀਟੀਕਲ ਪ੍ਰੈਸ਼ਰ, ਪੋਲੀਟੀਕਲ ਇਨਵੋਲਵਮੈਂਟ ਕਿਸ ਤਰੀਕੇ ਨਾਲ ਸੀ, ਬੇਅਦਬੀ ਕਿਸ ਤਰੀਕੇ ਨਾਲ ਹੋਈ, ਜਾਂਚ ਵਾਰ-ਵਾਰ ਹੋਣੀਆਂ। ਤੇ ਨਵਜੋਤ ਸਿੰਘ ਸਿੱਧੂ ਹਜੇ ਪ੍ਰਧਾਨ ਨਹੀਂ ਬਣੇ ਸੀਗੇ ਤਾਂ ਬਰਗਾੜੀ ਜਿੱਥੇ ਹੈ ਉੱਥੇ ਪਹੁੰਚਦੇ ਆ, ਉੱਥੇ ਪਿੰਡ ਵਾਲਿਆਂ ਨੂੰ ਮਿਲਦੇ ਆ, ਉੱਥੇ ਜਾਂਦੇ ਆ, ਗੱਲਬਾਤ ਕਰਦੇ ਆ ਕਿ ਮੈਂ ਇਨਸਾਫ ਦਿਵਾਵਾਂਗਾ, ਕਿਉਂਕਿ ਉਹਨਾਂ ਨੇ ਆਪਣੇ ਚੈਨਲ ਉੱਤੇ ਜ਼ਰੂਰ ਵੀਡੀਓ ਜਿਹੜੀਆਂ ਇਸ 'ਤੇ ਕੀਤੀਆਂ, ਜ਼ਿਕਰ ਕੀਤਾ। ਤਾਂ ਉਸੇ 'ਤੇ ਰਹਿ ਕੇ ਜਿਹੜੀ ਇੱਕ ਉਹਨਾਂ ਵਿੱਚ ਇੱਕ ਇਹ ਮੰਗ ਹੈ ਜਿਸ 'ਤੇ ਆਸ ਹੈ ਕਿ ਹੁਣ ਉਹਨਾਂ ਨੇ ਦੁਬਾਰਾ ਜਾ ਕੇ ਜਿਹੜਾ ਕੈਪਟਨ ਸਾਹਿਬ ਅੱਗੇ ਕਿਹਾ ਕਿ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ। ਸੈਣੀ ਜੀ ਤੁਸੀਂ ਕੀ ਦੇਖਦੇ ਹੋ, ਜਿਵੇਂ ਕਿ NRI ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਉਤਾਵਲਾ ਆ ਕਿ ਕਦੋਂ ਸਾਨੂੰ ਇਨਸਾਫ ਮਿਲੇਗਾ? BSD ਦੇਖੋ, NRI ਨਹੀਂ, ਸਾਰਾ ਪੰਜਾਬੀ ਭਾਈਚਾਰਾ ਤੇ ਸਿੱਖ ਭਾਈਚਾਰਾ ਇਸ ਗੱਲ ਨੂੰ ਉਤਾਵਲਾ ਹੈ ਕਿ ਜਲਦ ਤੋਂ ਜਲਦ ਜੋ ਵੀ ਇਸ ਘਟਨਾ ਦੇ ਦੋਸ਼ੀ ਹੈਗੇ ਆ, ਜਿਨ੍ਹਾਂ ਨੇ ਵੀ ਇਹ ਕੰਮ ਕੀਤਾ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਲਿਆਇਆ ਜਾਵੇ ਤਾਂ ਕਿ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਉਹਨਾਂ ਨਾਲ ਜੋ ਹੋਇਆ 4 ਸਾਲ ਪਹਿਲੇ, 5 ਸਾਲ ਪਹਿਲੇ, ਉਹ ਫਿਰ ਉਹਨਾਂ ਦੀ ਫਿਰ ਦੁਬਾਰਾ ਕੋਈ ਇਹੋ ਜਿਹੀ ਅੱਗੇ ਹਰਕਤ ਨਾ ਹੋਵੇ, ਤਾਂ ਕਿ ਇਸ ਲਈ ਜਲਦੀ ਤੋਂ ਜਲਦੀ ਜਿਹੜੇ ਉਹਨਾਂ ਦੇ ਦੋਸ਼ੀ ਉਹਨਾਂ ਨੂੰ ਪਿੱਛੇ ਲਿਆਂਦਾ ਜਾਵੇ ਤੇ ਆਉਣ ਵਾਲੇ ਜਿਹੜੇ ਹੋਰ ਇਹੋ ਜਿਹੇ ਦੋਸ਼ੀ ਉੱਠਣ ਵਾਲੇ ਹੈਗੇ ਆ ਉਹਨਾਂ ਨੂੰ ਵੀ ਇਹ ਇੱਕ ਸਿੱਖਿਆ ਮਿਲ ਜਾਏ ਕਿ ਭਾਵੇਂ ਉਹ ਕੋਈ ਵੀ, ਭਾਵੇਂ ਕਿਸੇ ਵੀ ਧਰਮ ਨਾਲ ਉਹ ਐਵੇਂ ਕੁਛ ਕਰਨਾ ਚਾਹਣ ਤੇ ਉਹ ਨਹੀਂ ਕਰਨਗੇ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸਰਕਾਰ ਦੇਏਗੀ। ਸੈਣੀ ਜੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਸਾਡੇ ਧਿਆਨ ਵਿੱਚ ਪਹਿਲਾਂ ਹੀ ਹੈਗਾ ਇਹੀ ਮੰਗ, ਪਰ ਉਧਰੋਂ ਵੀ 4.5 ਸਾਲ ਹੋ ਚੱਲਿਆ, ਉਹਨਾਂ ਨੇ ਕੋਈ ਕਦਮ ਨਹੀਂ ਚੱਕਿਆ। ਜਿਵੇਂ ਕਦੀ SCT ਸਿੱਟ ਬਣ ਗਈਆਂ, ਫਿਰ ਕੈਂਸਲ ਹੋ ਗਈਆਂ। ਜੀ ਅਰਸ਼ੀ ਦੇਖੋ, ਇਹ ਤਾਂ ਗੱਲ ਹੈਗੀ ਹੈ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਿੱਧੂ ਸਾਹਿਬ ਨੂੰ ਕਿਹਾ ਕਿ ਸਾਡੇ ਧਿਆਨ 'ਚ ਹੈਗੀ ਹੈ ਗੱਲ। ਵਾਕਈ ਧਿਆਨ, ਸਰਕਾਰ ਦੇ ਧਿਆਨ 'ਚ ਤਾਂ ਹਰੇਕ ਚੀਜ਼ ਹੁੰਦੀ ਹੈ ਜੋ ਵੀ ਸਟੇਟ ਦੇ ਵਿੱਚ ਹੋ ਰਹੀ ਹੁੰਦੀ ਹੈ। ਇਹਨਾਂ ਨੇ ਵੇਖੋ ਪਹਿਲੇ ਵੀ ਸਿੱਟ ਬਣਾਈ ਜਿਹਦੇ ਵਿੱਚ IG ਕੰਵਰ ਪ੍ਰਤਾਪ ਸੀਗੇ, ਉਹਨਾਂ ਨੇ ਵੀ ਆਪਣੀ ਰਿਪੋਰਟ ਪੇਸ਼ ਕੀਤੀ ਹਾਈ ਕੋਰਟ ਤੋਂ। ਫਿਰ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਕਿ ਜੋ ਪੰਜਾਬ ਸਰਕਾਰ ਆ ਉਹ ਚੰਗੀ ਕਾਰਜਕਾਰੀ ਨਹੀਂ ਕਰ ਰਹੀ, ਨਾ ਹੀ ਜਿਹੜੇ ਇਹਨਾਂ ਦੇ ਡਾਇਰੈਕਟਰ ਜਨਰਲ ਹੈਗੇ ਆ
ਉਹ ਕੋਈ ਕੰਮ ਕਰ ਰਹੇ ਹੈ, ਇਸ ਲਈ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਕਿ ਉਹਨਾਂ ਨੇ ਨਾਲੇ ਪੰਜਾਬ ਸਰਕਾਰ ਨੂੰ ਬਲੇਮ ਦਿੱਤਾ। ਬਾਅਦ ਚੋਂ ਜੋ ਰਿਪੋਰਟ ਆਈ ਹਾਈ ਕੋਰਟ ਵੱਲੋਂ, ਉਹਦੇ ਚ ਹਾਈ ਕੋਰਟ ਨੇ ਦੱਸਿਆ ਕਿ ਜਿਹੜਾ ਇਹ ਰਿਪੋਰਟ ਤਿਆਰ ਹੋਈ ਹੈ ਸਾਰੀ ਪੋਲੀਟੀਕਲ ਵੈਂਡੇਟੇ ਤੇ ਤਿਆਰ ਹੋਈ ਹੈ ਤੇ ਕਿਸੇ ਇੱਕ ਪਾਰਟੀ ਦੇ ਧਿਰ ਦੇ ਬੇਸਡ ਹੋਈ ਹੈ। ਉਹਨਾਂ ਨੇ ਉਸ ਨੂੰ ਰਿਪੋਰਟ ਨੂੰ ਰਿਜੈਕਟ ਕਰ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਹੁਣ ਨਵੀਆਂ 2 ਸਿੱਟ ਬਣਾਈਆਂ, ਜਿਹਦੇ ਚ ਇੱਕ ਬਹਿਬਲ ਗੋਲੀकांड ਦੀ ਸਿੱਟ ਹੈ ਤੇ ਇੱਕ ਬਰਗਾੜੀ ਕਾਂਡ ਦੀ ਸਿੱਟ ਹੈ। ਮੇਹੁਲ, ਮੈਂ ਚਰਚਾ ਦਾ ਆਪਾਂ ਸਾਰੇ ਹੁਣ ਮਿਲ ਕੇ ਕਰ ਰਹੇ ਹਾਂ ਇਸ ਉੱਤੇ, ਕਿਤੇ ਨਾ ਤੁਸੀਂ ਇਹ ਨਹੀਂ ਸੋਚਦੇ ਵੀ ਆਖਰਕਾਰ ਸਿਆਸਤ ਕਿਸ ਤਰੀਕੇ ਨਾਲ ਇਹਦੇ ਤੇ ਪੋਲੀਟੀਕਲ ਪ੍ਰੈਸ਼ਰ ਜਾਂ ਪੋਲੀਟੀਕਲ ਇਨਵੋਲਵਮੈਂਟ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ? ਪਹਿਲਾਂ ਵਾਅਦੇ ਕਿਸ ਤਰੀਕੇ ਨਾਲ ਕਰਦੀ ਸਰਕਾਰ, ਆਪਾਂ ਫਿਰ ਉਹ ਲੋਕ ਵਿਚਾਰੇ ਗੁੰਮਰਾਹ ਹੁੰਦੇ ਆ ਜੋ ਉਹੀ ਮੁੱਦਿਆਂ ਤੇ ਫਿਰ ਦੁਬਾਰਾ ਸਿਆਸਤ ਹੋਣ ਲੱਗੀ ਹੈ। ਕਿ ਹੁਣ ਕੋਈ ਆਸ ਵੱਜਦੀ ਲੱਗਦੀ ਤੁਹਾਨੂੰ? ਬਿਲਕੁਲ ਸੈਣੀ ਜੀ, ਕਿਤੇ ਫਿਰ ਇਹ ਵੋਟਾਂ ਦਾ ਸਟੰਟ ਤਾਂ ਨਹੀਂ? ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਰਸ਼ਜੀਤ ਗਰਲਾਲ ਜੀ, ਕਿ ਜਿਵੇਂ ਕਿ ਆਪਾਂ ਵੇਖਿਆ 2017 ਦਾ ਜਿਹੜਾ ਚੋਣ ਸੀ ਉਹ ਇਸੀ ਗੱਲ ਤੇ ਲੜੀ ਗਈ ਸੀ ਕਿ ਜੋ ਬਰਗਾੜੀ ਕਾਂਡ ਹੋਇਆ ਜਾਂ ਗੋਲੀकांड ਹੋਇਆ, ਕੋਟਕਪੂਰਾ ਗੋਲੀकांड ਹੋਇਆ, ਉਹਦੇ ਵਿੱਚ ਅਸੀਂ ਇਨਸਾਫ ਦਿਵਾਵਾਂਗੇ। ਤੇ ਇਸੀ ਚੱਕਰ ਦੇ ਵਿੱਚ ਭਾਰੀ ਵੋਟਾਂ ਕਾਂਗਰਸ ਪਾਰਟੀ ਨੇ ਵਟੋਰੀਆਂ। ਆਪਾਂ ਵੇਖਿਆ ਸਾਰੇ, ਭਾਵੇਂ ਮਾਝਾ ਹਲਕਾ ਹੋਵੇ ਭਾਵੇਂ ਮਾਲਵਾ ਹੋਵੇ, ਤੇ ਸਾਰੇ ਪੰਜਾਬ 'ਚ ਵੀ ਵਟੋਰੀਆਂ, ਕਿਉਂਕਿ ਸਾਰੇ ਪੰਜਾਬੀ ਦਿਲੋਂ ਇਸ ਗੱਲ ਨਾਲ ਜੁੜੇ ਹੋਏ ਸੀ ਤੇ ਸਾਰਿਆਂ 'ਚ ਭਾਰੀ ਰੋਸ ਸੀ। ਜਿਵੇਂ ਆਪਾਂ ਵੇਖਿਆ ਕਿ ਜਿਹੜਾ ਉੱਥੇ ਧਰਨਾ ਲੱਗਾ ਸੀ ਉਹਨੂੰ ਵੀ ਕਾਂਗਰਸ ਦੇ ਬਾਅਦ ਚੋਂ 2 ਮੰਤਰੀ ਜਾ ਕੇ ਚੁਕਵਾਉਂਦੇ ਤੇ ਭਰੋਸਾ ਦਿੰਦੇ, ਉਸੀ ਉਹਨਾਂ ਦੇ ਭਰੋਸੇ ਦੇ ਹੀ ਜੋ ਸਾਡੇ ਸਿੱਖ ਆਗੂ ਹੈਗੇ ਉਹ ਉੱਥੋਂ ਧਰਨਾ ਚੱਕਦੇ ਆ। ਮੈਂ ਇਹ ਗੱਲ ਕਹਿ ਰਿਹਾ ਸੀ ਕਿ ਮੇਰੇ ਹਿਸਾਬ ਨਾਲ ਜਿਸ ਕਾਂਗਰਸ ਪਾਰਟੀ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ 2017 ਦੇ ਵਿੱਚ ਜੋ ਬਹੁਮਤ ਮਿਲੀ ਉਹ ਕਿਤੇ ਨਾ ਕਿਤੇ ਬਰਗਾੜੀ ਕਾਂਡ ਤੇ ਵੋਟਾਂ ਵੀ ਵਟੋਰੀਆਂ ਉਹਨਾਂ ਨੇ, ਇਸ ਲਈ ਕਿਤੇ ਨਾ ਕਿਤੇ ਉਹ ਇਹ ਵੀ ਹੁਣ ਜਾਣਗੇ ਕਿ ਮੈਂ ਤਾਂ ਇਹ ਵੀ ਸੋਚ ਰਿਹਾ ਸੀ ਵੀ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਇੱਕ ਪਾਸੇ ਕਾਂਗਰਸ ਦੇ ਵਿੱਚ ਫਿਰ ਧੜੇ ਬਣਦੇ ਪਏ ਨੇ, ਇੱਕ ਵਫਦ ਜਿਹੜਾ ਹੈ ਕੈਪਟਨ ਸਾਹਿਬ ਕੋਲ ਪਹੁੰਚਦਾ ਤੇ ਉਹਨਾਂ ਨੂੰ ਯਾਦ ਕਰਾਉਂਦਾ ਵੀ ਆਹ ਫਲਾਣੇ ਮੁੱਦੇ ਆ, ਤੇ ਇਹਦਾ ਮਤਲਬ ਕੀ ਉਹ ਮੁੱਖ ਮੰਤਰੀ ਸਾਹਿਬ ਦੇ ਕੰਮ ਤੋਂ ਖੁਸ਼ ਨਹੀਂ ਜਾਂ ਪ੍ਰਧਾਨਗੀ ਬਣ ਕੇ ਕਹਿੰਦੇ ਵੀ ਇਹ ਅਧੀਨ ਮੇਰੇ ਕੰਮ ਹੋ ਕੇ ਮੈਂ ਇਹਨਾਂ ਨੂੰ ਦੁਬਾਰਾ ਯਾਦ ਜਾਂ ਮੇਰੇ ਅਧੀਨ ਹੋ ਰਿਹਾ ਹੈ? ਦੇਖੋ ਗਰਲਾਲ ਜੀ, ਇਹ ਦੋਵੇਂ ਚੀਜ਼ਾਂ ਹੀ ਹੋ ਸਕਦੀਆਂ, ਕਿਉਂਕਿ ਕਿਤੇ ਨਾ ਕਿਤੇ ਆਪਾਂ ਵੇਖਿਆ ਕਿ ਜੋ ਇਨਸਾਫ ਮਿਲਣ ਜਿੰਨੀ ਦੇਰੀ ਹੋਈ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜੀ ਤੇ ਨਾਲ ਦੀ ਜੋ ਸਿੱਧੂ ਹੈਗੇ ਆ ਉਹ ਵੀ ਹੁਣ ਦਿਖਾਣਾ ਚਾਹੁੰਦੇ ਕਿ ਮੈਂ ਪੰਜਾਬ ਦਾ ਪ੍ਰਧਾਨ ਬਣਿਆ, ਮੇਰੇ ਮੋਢੇ ਤੇ ਜੋ ਜ਼ਿੰਮੇਵਾਰੀ ਆਈ ਹੈ ਤੇ ਉਸ ਜ਼ਿੰਮੇਵਾਰੀ ਨੂੰ ਮੈਂ ਨਿਭਾਵਾਂ ਤੇ ਸਾਰਾ ਕ੍ਰੈਡਿਟ ਮੈਂ ਲਵਾਂ। ਬਿਲਕੁਲ ਸਹੀ ਜੀ। ਨਾਲ ਹੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਤੇ ਨਾ ਕਿਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਨੀਚਾ ਦਿਖਾਉਣ ਦੀ ਕੋਸ਼ਿਸ਼ ਇਹ ਦਿਖਾਉਣ ਦੀ ਕੋਸ਼ਿਸ਼ ਕਿ ਮੈਂ ਪੰਜਾਬ ਪ੍ਰਤੀ ਬੜਾ ਸਰਗਰਮ ਹਾਂ ਇਸ ਟਾਈਮ, ਤੇ ਜੇ ਤੁਸੀਂ ਮੇਰੇ ਕੰਮ ਨਹੀਂ ਕਰੋਗੇ ਤੇ ਮੈਂ ਹੁਣ ਅੱਗੇ ਪਾਰਟੀ ਹਾਈ ਕਮਾਂਡ ਨੂੰ ਵੀ ਦਿਖਾਣਗੇ ਉਹ ਕਿ ਮੈਂ ਇਹ ਸਾਰੀਆਂ ਜਿਹੜੀਆਂ ਹੈ ਬਾਈ ਲਿਖਤੀ ਵੀ ਉਹਨਾਂ ਨੂੰ ਦੇ ਕੇ ਆਇਆ, ਗੱਲ ਵੀ ਕਰਕੇ ਆਇਆ, ਜੇ ਹਜੇ ਵੀ ਕੈਪਟਨ ਸਾਹਿਬ ਨਹੀਂ ਕਰ ਰਹੇ ਤੇ ਇਹਦੇ 'ਚ ਮੇਰਾ ਕੋਈ ਕਸੂਰ ਸੈਣੀ ਜੀ ਆਵਾਜ਼ ਕੱਟ ਰਹੀ ਹੈ? ਨਹੀਂ ਜੀ, ਬਿਲਕੁਲ ਸਹੀ ਹੈ ਜੀ। ਸੈਣੀ ਜੀ, ਇਸੇ ਤਰ੍ਹਾਂ ਹੀ ਦੂਜੀ ਮੰਗ ਜਿਹੜੀ ਸਿੱਧੂ ਨੇ ਰੱਖੀ ਹੈ ਨਸ਼ੇ ਦੀ, ਕਿਉਂਕਿ ਪੰਜਾਬ ਦਾ ਲੱਕ ਨਸ਼ੇ ਨੇ ਤੋੜ ਦਿੱਤਾ ਹੋਇਆ ਹੈ, ਤੇ ਇਸੇ ਤਰ੍ਹਾਂ ਹੀ ਐਸਟੀਪੀ ਦੀ ਰਿਪੋਰਟ ਦੇ ਅਨੁਸਾਰ ਉਹਨਾਂ ਨੇ ਵੱਡੇ ਮਗਰਮੱਛਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ, ਤੇ ਕੀ ਦੇਖਦੇ ਹੋ ਬਣੇਗਾ ਕੁਛ? ਜੀ ਦੇਖੋ, ਜਿਹੜੀ ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ ਵੱਡੇ ਮਗਰਮੱਛਾਂ ਨੂੰ ਫੜਿਆ ਜਾਵੇ, ਪੰਜਾਬ ਸਰਕਾਰ ਨੇ ਕੋਸ਼ਿਸ਼ ਤਾਂ ਕੀਤੀ ਹੈ ਪਰ ਕਿਤੇ ਨਾ ਕਿਤੇ ਨਾਕਾਮ ਰਹੀ ਹੈ। ਆਪਾਂ ਵੇਖਿਆ ਪਿਛਲੇ 2-3 ਸਾਲਾਂ ਦੇ ਵਿੱਚ ਇਹਨਾਂ ਨੇ ਕੁਝ ਵੱਡੇ ਸਰਗਨੇ ਨਹੀਂ ਫੜ ਪਾਏ, ਜੋ ਬਜਾਏ ਕਿ ਜਿਹੜੇ ਛੋਟੇ ਜਿਹੜੇ ਆਮ ਜਿਹੜੇ 1-2 ਗ੍ਰਾਮ ਜਾਂ 10 ਗ੍ਰਾਮ ਦੀ ਸਪਲਾਈ ਕਰਦੇ ਸੀ ਉਹਨਾਂ ਨੂੰ ਫੜਿਆ ਗਿਆ, ਬਜਾਏ ਕਿ ਉਸਨੂੰ ਫੜਨ ਦੇ ਜੇ ਮਗਰਮੱਛਾਂ ਤੱਕ ਪਹੁੰਚਦੇ ਤਾਂ ਨਸ਼ੇ ਦਾ ਲੱਕ ਤੋੜਨ 'ਚ ਜ਼ਿਆਦਾ ਆਸਾਨੀ ਹੋਣੀ ਸੀ। ਜਿਵੇਂ ਕਿ ਪਿਛਲੇ ਕੁਝ ਸਮੇਂ 'ਚ ਇਹਨਾਂ ਨੇ ਸਰਪੰਚ ਰਾਣੋ ਦੀ ਜੋ ਗ੍ਰਿਫਤਾਰੀ ਕੀਤੀ, ਉਹੋ ਜਿਹੇ ਵੱਡੇ ਮਗਰਮੱਛ ਅਜੇ ਪੰਜਾਬ ਦੇ ਵਿੱਚ ਬਹੁਤ ਹੈਗੇ ਆ ਜਿਹੜੇ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਪਣੇ ਪੈਰ ਜਮਾਈ ਬੈਠੇ, ਉਹਨਾਂ ਨੂੰ ਫੜਨ ਦੀ ਜ਼ਰੂਰਤ ਹੈਗੀ ਹੈ। ਤੇ ਮੇਰੇ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਇਹ ਡਿਮਾਂਡ ਚੱਕੀ ਹੈ ਬਿਲਕੁਲ ਵਾਜਿਬ ਹੈ, ਕਿਉਂਕਿ ਆਪਾਂ ਵੇਖਿਆ ਕਿ ਕਿਵੇਂ ਮਾਵਾਂ ਦੇ ਪੁੱਤ ਆਪਦੀਆਂ ਜਾਨਾਂ ਗਵਾ ਰਹੇ, ਕਿਵੇਂ ਘਰਾਂ ਦੇ ਘਰ ਸੁੰਨੇ ਹੁੰਦੇ ਜਾ ਰਹੇ ਪੰਜਾਬ 'ਚੋਂ, ਤੇ ਜੋ ਜਨਰੇਸ਼ਨ ਬਾਹਰ ਜਾ ਰਹੀ ਹੈ ਉਹਦਾ ਵੀ ਇੱਕ ਵੱਡਾ ਕਾਰਨ ਹੈ, ਕਿਉਂਕਿ ਮਾਂ ਪਿਓ ਨੂੰ ਡਰ ਰਿਹਾ ਕਿ ਸਾਡਾ ਬੱਚਾ ਕਿਤੇ ਗਲਤ ਸੰਗਤ ਨਾ ਪੈ ਜਾਏ। ਤੇ ਸੈਣੀ ਜੀ, ਇੱਥੇ ਜਿਵੇਂ ਮਗਰਮੱਛਾਂ ਦੀ ਗੱਲ ਕਰੀਏ ਤੇ ਜ਼ਿਆਦਾਤਰ ਵੱਡੇ ਮਗਰਮੱਛਾਂ ਦੇ ਨਵਜੋਤ ਸਿੰਘ ਸਿੱਧੂ, ਬਿਕਰਮਜੀਤ ਸਿੰਘ ਮਜੀਠੀਆ ਤੇ ਅੱਖ ਰੱਖਦੇ ਨੇ ਕਿ ਉਹ ਤਾਂ ਸ਼ਰੇਆਮ ਹੀ ਕਹਿ ਦਿੰਦੇ ਹੁੰਦੇ ਨੇ।
ਜੀ ਤੇ ਇਹਨੂੰ ਕਿਵੇਂ ਜੀ ਦੇਖਦੇ ਹੈ? ਜੀ ਦੇਖੋ, ਇਹ ਤਾਂ ਇਹਨਾਂ ਦਾ ਆਪਣਾ ਸਿਆਸੀ, ਜੋ ਆਪਾਂ ਕਹਿੰਦੇ ਕਿ ਸਿਆਸੀ ਵਿਤਕਰਾ ਹੈ ਆਪਸ ਦੇ ਵਿੱਚ, ਜਾਂ ਇਹ ਕਦੀ ਕਦਾਰ ਵੋਟਾਂ ਬਟੋਰਨ ਦੇ ਚੱਕਰ 'ਚ ਵੀ, ਜਦੋਂ ਨਵਜੋਤ ਸਿੰਘ ਸਿੱਧੂ ਅੱਗੇ ਹੈਗੇ ਸੀ ਉਦੋਂ, ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ, ਉਦੋਂ ਤਾਂ ਕਦੀ ਬੋਲੇ ਨਹੀਂ। ਬਿਲਕੁਲ ਜੀ। ਪਰ ਜਦੋਂ ਇਹਨਾਂ ਨੇ ਭਾਜਪਾ ਛੱਡੀ ਹੈ ਤੇ ਉਸ ਤੋਂ ਬਾਅਦ ਇਹ ਨਵਜੋਤ ਸਿੰਘ ਸਿੱਧੂ ਮਜੀਠੀਏ ਤੇ ਤੰਦ ਕੱਸਣ ਲੱਗ ਪਏ ਕਿ ਇਹ ਚਿੱਟੇ ਦਾ ਤਸਕਰ ਹੈ, ਜਾਂ ਕੁਛ ਵੀ ਇਹਨਾਂ ਨੇ ਜੋ ਵੀ ਆਪਦੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਯੂਜ਼ ਕੀਤਾ। ਪਰ ਤੇ ਇਹੀ ਗੱਲ ਵੇਖਣੀ ਹੈ ਕਿ ਜਦੋਂ ਇਹ ਪਾਰਟੀ ਦੇ ਵਿੱਚ ਸੀ, ਇਹਨਾਂ ਨੇ ਉਦੋਂ ਕਿਉਂ ਨਹੀਂ ਇਹ ਆਵਾਜ਼ ਚੱਕੀ? ਬਿਲਕੁਲ ਸਣੀ, ਜਿਵੇਂ ਹੁਣ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਮਜੀਠੀਏ ਨੇ ਇਹਨੂੰ ਸਪੋਰਟ ਕਰਕੇ ਜਿਤਾਇਆ ਸੀ, ਤੇ ਇਹ ਬਹੁਤ ਧੰਨਵਾਦ ਕਰ ਰਿਹਾ ਸੀ ਨਵਜੋਤ ਸਿੰਘ ਸਿੱਧੂ ਜੀ। ਤੇ ਫਿਰ ਇਹ ਤਕਰੀਬਨ ਪੋਲੀਟੀਕਲ ਸਟੰਟ ਹੀ ਲੱਗ ਰਿਹਾ ਜੀ ਇੱਕ ਦੇਖੋ ਦੂਜੇ ਦੇ ਇਲਜ਼ਾਮ ਲਾ ਕੇ। ਜੀ ਦੇਖੋ, ਜੋ ਲੀਡਰ ਹੈਗੇ ਇਹਨਾਂ ਦਾ ਕੋਈ ਵਜੂਦ ਨਹੀਂ ਹੈਗਾ। ਪਹਿਲੇ ਉਸਨੂੰ ਗਾਲਾਂ ਕੱਢਦੇ ਆ, ਉਸਨੂੰ ਭਰਾ ਕਹਿੰਦੇ ਆ। ਜਿਵੇਂ ਗੈਂਗਸਟਰ ਚ ਆਪਾਂ ਵੇਖਿਆ ਕਿ ਪਹਿਲੇ ਇੱਕੋ ਗੈਂਗ ਦੇ ਸਾਰੇ ਬੰਦੇ ਹੁੰਦੇ ਆ, ਹੌਲੀ ਹੌਲੀ ਕਿਸੇ ਕਾਰਨ ਕਰਕੇ ਮਤਭੇਦ ਪੈ ਜਾਂਦੇ ਤੇ ਫਿਰ ਉਹ ਹੌਲੀ ਹੌਲੀ ਆਪਣੇ ਗੈਂਗ ਬਣਾ ਲੈਂਦੇ। ਤੇ ਉਸੇ ਤਰੀਕੇ ਦੇ ਨਾਲ ਜੋ ਹੁਣ ਮੈਨੂੰ ਲੱਗਦਾ ਕਿ ਜੋ ਸਿੱਧੂ ਫੋਲੋ ਕਰ ਰਹੇ, ਕਿ ਪਹਿਲੇ ਉਸੇ ਕੰਪਨੀ 'ਚ ਸੀਗੇ, ਹੁਣ ਕੰਪਨੀ ਛੱਡੀ ਤੇ ਉਹਨਾਂ ਨੂੰ ਭੰਡਣਾ ਲੱਗ ਪਏ। ਜਿਵੇਂ ਪਹਿਲੇ ਮੋਦੀ ਸਾਹਿਬ ਨਾਲ ਜਦੋਂ ਮੋਦੀ ਦੀ ਸਟੇਜ ਕੋਲੋਂ ਸਨਮਾਨਿਤ ਕਰਦੇ ਸੀ, ਤੇ ਉਦੋਂ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਕਿਹੜੇ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰਦੀ ਸੀ, ਆਪਾਂ ਸਾਰਿਆਂ ਨੇ ਵੇਖਿਆ। ਜੀ ਹੁਣ ਜਦੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਸਟੇਜ ਤੋਂ ਸੰਬੋਧਨ ਕਰਦੀ ਹੈ ਤੇ ਮੋਦੀ ਨੂੰ, ਅਮਿਤ ਸ਼ਾਹ ਨੂੰ ਕੀ ਬੋਲਦੇ, ਵਾਪਸ ਸਾਰੇ ਸੁਣਦੇ ਹੀ ਆ। ਬਿਲਕੁਲ ਜੀ। ਇਸੇ ਤਰ੍ਹਾਂ ਹੀ ਜਿਵੇਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ, ਦੁਨੀਆ ਨੂੰ ਵੀ ਉਹਨਾਂ ਤੇ ਯਕੀਨ ਨਹੀਂ ਹੈਗਾ ਕਿ ਉਹ ਕਿੱਧਰ ਨੂੰ ਜਾ ਸਕਦੇ ਨੇ। ਹਲੇ ਤੱਕ ਨਹੀਂ ਲੋਕੀ ਉਹਨਾਂ ਤੇ ਯਕੀਨ ਕਰ ਰਹੇ। ਜੀ ਦੇਖੋ, ਇਹ ਤਾਂ ਗੱਲ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਪਹਿਲੇ ਭਾਜਪਾ ਛੱਡੀ, ਫਿਰ ਉਹ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ, ਤੇ ਹੁਣ ਜਿਵੇਂ ਪਿਛਲੇ 1.5 ਸਾਲ ਤੋਂ ਸ਼ਾਂਤ ਸੀਗੇ, ਉਹ ਤੋਂ ਬਾਅਦ ਉਹ ਵਿੱਚ ਇਹ ਵੀ ਖਬਰਾਂ ਚੱਲ ਪਈਆਂ ਸੀ ਕਿ ਆਮ ਆਦਮੀ ਪਾਰਟੀ ਜਾਣਗੇ। ਤੇ ਇਸ ਲਈ ਜਿਹੜਾ ਲੀਡਰ ਐਵੇਂ ਪਾਰਟੀ ਚੇਂਜ ਕਰਦਾ, ਉਹਦੇ ਕੋਲੋਂ ਲੋਕਾਂ ਦਾ ਭਰੋਸਾ ਉੱਠ ਜਾਂਦਾ। ਬਿਲਕੁਲ। ਤੇ ਉਹੀ ਜਿਵੇਂ ਇਹਨਾਂ ਨੇ ਪਿਛਲੇ 1.5 ਸਾਲ ਤੋਂ ਚੁੱਪੀ ਧਾਰੀ ਹੋਈ ਸੀ, ਤੇ ਵੱਖੋ ਵੱਖੀ ਅੰਦਾਜ਼ੇ ਲੱਗ ਰਹੇ ਸੀ। ਇਵਨ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਜਾਣ ਦੀ ਤਿਆਰੀ ਹੈ। ਤਾਂ ਜੀ ਕੁਨਵਰ ਵਿਜੇ ਪ੍ਰਤਾਪ ਨੂੰ ਵੀ ਬਹੁਤ ਉਮੀਦ ਸੀ ਕਿ ਇੱਧਰ ਨੂੰ ਆਉਣਗੇ ਜੀ। ਇਸੀ ਗੱਲ ਕਰਕੇ ਤੇ ਇਹਨਾਂ ਤੇ ਵਿਸ਼ਵਾਸ ਕਰਨਾ ਥੋੜਾ ਔਖਾ ਹੋ ਗਿਆ ਪੰਜਾਬ ਦੀ ਜਨਤਾ ਨੂੰ। ਠੀਕ ਹੈ ਸਣੀ ਜੀ। ਗੁਰਲਾਲ ਸਿੰਘ ਜੀ, ਕਿਸਾਨਾਂ ਦਾ ਮੁੱਦੇ ਤੇ ਹੁਣ ਪਾਈਏ, ਤੇ ਸਿੱਧੂ ਨੇ ਇਹ ਵੀ ਮੰਗ ਰੱਖੀ ਆ ਕਿ ਪੰਜਾਬ ਦੇ ਵਿੱਚ ਤਿੰਨੇ ਕਾਨੂੰਨ ਲਾਗੂ ਨਾ ਕੀਤੇ ਜਾਣ, ਕਿ ਕੋਈ ਮਤਾ ਪਾਸ ਕੀਤਾ ਜਾਵੇ ਕਿ ਪੰਜਾਬ ਬਚਿਆ ਰਹੇ। ਤੇ ਕਿਵੇਂ ਦੇਖਦੇ ਇਹਨੂੰ? ਇਹ ਜ਼ਰੂਰ ਹੈ ਕਿ ਕਿਸਾਨਾਂ ਦੇ ਜਿਹੜੇ ਖੇਤੀ ਕਾਨੂੰਨ ਜਦੋਂ ਆਏ ਸੀ ਤਾਂ ਕੈਪਟਨ ਸਰਕਾਰ ਨੇ ਉਦੋਂ ਹੀ, ਚਾਹੇ ਇੱਕ ਵਿਧਾਨ ਸਭਾ ਦੇ ਵਿੱਚ ਜਿਹੜੇ ਚਾਹੇ ਕਹਿ ਲਈਏ ਜਾਂ ਮਤੇ ਪਾਏ ਸੀ ਕਿ ਇਸ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਜਾਏਗਾ। ਫਿਰ ਗੱਲ ਉਹੀ ਆਉਂਦੀ, ਸਿੱਧੂ ਸਾਹਿਬ ਉੱਥੇ ਜਾ ਕੇ ਚੇਤੇ ਕਰਾ ਰਹੇ ਆ, ਪਰ ਉੱਥੇ ਜਦੋਂ ਕੈਪਟਨ ਸਰਕਾਰ ਕਹਿੰਦੇ ਆ ਕਿ ਅਸੀਂ ਇਹਨਾਂ ਜਿਹੜੇ ਖੇਤੀ ਕਾਲੇ ਕਾਨੂੰਨਾਂ ਦੇ ਨਾਲ ਦੀ ਨਾਲ ਜਿਹੜਾ ਇੱਕ SYL ਮੁੱਦਾ ਹੈ, SYL ਮੁੱਦੇ ਉੱਤੇ ਵੀ ਜਿਹੜੀ ਜ਼ਿਕਰ ਹੋਇਆ ਕਿ ਸਭ ਜਿਹੜੇ ਕਾਨੂੰਨ ਹੈ ਪੰਜਾਬ ਦੇ ਵਿੱਚ ਜਿਹੜੇ ਇਸ ਨੂੰ ਪੂਰੇ ਤਰੀਕੇ ਨਾਲ ਰੱਦ ਕੀਤੇ ਜਾਣ, ਨਾ ਲਾਗੂ ਕੀਤੇ ਜਾਣ। ਕਿਸਾਨ ਤਾਂ ਇਸ ਵਕਤ ਸੜਕਾਂ ਤੇ ਹੈ। ਇੱਕ ਪਾਸੇ ਜੇ ਕਹੀਏ ਪਿਆਸਾ ਹਮੇਸ਼ਾ ਜਿਹੜਾ ਖੂਹ ਕੋਲ ਜਾਂਦਾ, ਤਾਂ ਉਸੇ ਤਰ੍ਹਾਂ ਅੱਜ ਸਿੱਧੂ ਸਾਹਿਬ ਕਿਸਾਨਾਂ ਨੂੰ ਕਹਿੰਦੇ ਆ ਸਪੀਚ ਦੇ ਕੇ ਕਿ ਆਓ ਮੇਰੇ ਕੋਲ ਆਓ, ਮੈਂ ਕਿਸਾਨਾਂ ਦੇ ਮਸਲੇ ਉੱਤੇ ਮੈਂ ਲੜਦਾ। ਤਾਂ ਪਹਿਲੀ ਗੱਲ ਹੈ, ਉਹ ਕਿਸਾਨ ਇਹਨਾਂ ਕੋਲ ਕਿਉਂ ਆਉਣਗੇ? ਕਿਸਾਨਾਂ ਕੋਲ ਇਹਨਾਂ ਨੂੰ ਜਾਣਾ ਚਾਹੀਦਾ, ਜਿਹੜਾ ਹਮੇਸ਼ਾ ਖੂਹ ਹੈ ਪਿਆਸੇ ਕੋਲ ਨਹੀਂ ਜਾਂਦਾ, ਪਿਆਸੇ ਨੂੰ ਖੂਹ ਕੋਲ ਆਉਣਾ ਪੈਂਦਾ। ਤਾਂ ਇਹ ਜੋ ਗੱਲ ਕੀਤੀ ਹੈ ਕਾਨੂੰਨ ਰੱਦ ਦੀ, ਤੇ ਇਹ ਕਾਨੂੰਨ ਚਾਹੇ ਪੰਜਾਬ 'ਚ ਤੁਸੀਂ ਰੱਦ ਕਰ ਲਓ, ਚਾਹੇ ਸਟੇਟ ਗੌਰਮੈਂਟ ਦੇ ਤੌਰ ਤੇ ਤੁਸੀਂ ਕਰ ਵੀ ਦਿੰਦੇ ਹੋ, ਪਰ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਜਿਹੜੇ ਲਾਗੂ ਨੇ, ਕਿਸਾਨ ਉਸ ਨੂੰ ਰੱਦ ਕਰਾਉਣ ਵਾਸਤੇ ਇਹਦੇ 'ਚ ਇਹ ਵੀ ਹੈ ਵੀ ਸੋਧ ਨਾ ਕੀਤੀ ਜਾਵੇ। ਚਾਹੇ ਉਹਦੇ 'ਚ SYL ਦੇ ਮੁੱਦੇ ਦੀ ਗੱਲ ਕਰ ਲਓ, ਚਾਹੇ ਇਹਦੇ 'ਚ 3 ਖੇਤੀ ਕਾਨੂੰਨਾਂ ਦੀ ਗੱਲ ਕਰ ਲਓ, ਕਿ ਇਸ ਦੇ ਵਿੱਚ ਸੋਧ ਨਾ ਕੀਤੀ ਜਾਏ, ਬਲਕਿ ਇਹਨਾਂ ਨੂੰ ਮੁਕੰਮਲ ਰੂਪ ਤੇ ਰੱਦ ਕਰਨਾ ਚਾਹੀਦਾ। ਪਰ ਜਿਹੜੇ ਕਿਸਾਨ ਹੈ ਉਹ ਦਿੱਲੀ ਮੋਰਚੇ ਤੇ ਬੈਠੇ ਹੈ। ਕਿਸਾਨਾਂ ਨੇ ਆਪਦਾ ਸੰਸਦ ਜਿਹੜਾ ਚਲਾਇਆ, ਉਹ ਵੀ ਤੁਸੀਂ ਵੇਖਿਆ। ਉਹ ਸੰਸਦ ਤੋਂ ਬਾਅਦ ਕਿਸਾਨ ਕਹਿੰਦੇ ਜੇ ਸਾਡੀ ਸਰਕਾਰ ਨਹੀਂ ਗੱਲ ਸੁਣੇਗੀ, ਨਾ ਕੁਛ ਕਰੇਗੀ, ਅਸੀਂ ਤਿੱਖਾ ਸੰਘਰਸ਼ ਹੋਰ ਇਸੇ ਤਰ੍ਹਾਂ ਕਰਦੇ ਰਹਾਂਗੇ। ਕਿਸਾਨ ਉੱਥੇ ਦਿਨ ਬ ਦਿਨ ਕਿਵੇਂ ਆਪਦੇ ਦਿਨ ਕੱਢ ਰਿਹਾ। ਪੰਜਾਬ ਦੇ ਵਿੱਚ ਕਿਸਾਨ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸਾਨ ਦੀ ਹਾਲਤ ਇਸ ਵਕਤ ਬੜੀ ਮਾੜੀ ਹੈ। ਤੇ ਇਸ ਉੱਤੇ ਜੇ ਸਿਆਸਤ ਕਰਨੀ, ਉਹ ਮੇਰੇ ਖਿਆਲ ਨਾਲ ਮਾੜੀ ਗੱਲ ਹੈ ਕਿ ਜ਼ਖਮਾਂ ਉੱਤੇ ਨੂਣ ਛਿੜਕਣ ਵਾਲਾ ਕੰਮ ਨਾ ਕਰੇ ਸਰਕਾਰ। ਜੇ ਕੁਛ ਕਰਨਾ ਤਾਂ ਕਿਸਾਨਾਂ ਦੀ ਰਜਾਮੰਦੀ ਜਾਂ ਕਿਸਾਨਾਂ ਦੇ ਨਾਲ ਮਿਲ ਕੇ ਤੁਸੀਂ ਕੁਛ ਕਰੋ।
ਇੱਕ ਕਮਰੇ ਬੰਦਾਂ ਦੇ ਵਿੱਚ ਮਾਫ ਕਰਨਾ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਕਰਕੇ ਤੁਸੀਂ ਕਿੰਨਾ ਕੁ ਕਿਸੇ ਨੂੰ ਇਨਸਾਫ ਦੇਣ ਦੀ ਜਿਹੜੀ ਹੈ ਇੱਛਾ ਰੱਖਦੇ ਹੋ ਕਿ ਅਸੀਂ ਇਸ ਨੂੰ ਇਨਸਾਫ ਦਿਵਾ ਦੇਵਾਂਗੇ? ਇਹ ਸਿੱਧੂ ਸਾਹਿਬ ਉਹੀ ਨੇ ਨਾ ਜਿਹੜੇ ਪਹਿਲਾਂ ਬੀਜੇਪੀ ਦੇ ਵਿੱਚ ਸੀਗੇ, ਜਿਹੜੇ ਮੋਦੀ ਸਾਹਿਬ ਨੂੰ ਬਹੁਤ ਕੁਝ ਆਪਦਾ ਮੰਨਦੇ ਸੀਗੇ, ਅਸੀਂ ਅਕਸਰ ਸਪੀਚਾਂ ਦੇ ਵਿੱਚ ਸੁਣਿਆ। ਇਹਨਾਂ ਤੇ ਹੁਣ ਪੰਜਾਬ ਦੇ ਲੋਕ ਵਿਸ਼ਵਾਸ ਕਿਵੇਂ ਕਰ ਸਕਦੇ ਕਿ ਅੱਜ ਇਹ ਜਾਤ ਹੋਏ, ਪਹਿਲਾਂ ਬੀਜੇਪੀ 'ਚ ਨਹੀਂ ਸੀਗੇ, ਬੀਜੇਪੀ 'ਚ ਸੀਗੇ, ਬੀਜੇਪੀ ਤੋਂ ਹੁਣ ਕਾਂਗਰਸ 'ਚ ਆਏ, ਜਿਵੇਂ ਮੇਹੁਲ ਨੇ ਕਿਹਾ ਦਲ ਬਦਲੂ ਇਹਨੂੰ ਕਹਿ ਦਈਏ ਤਾਂ ਇਹ ਲੋਕਾਂ ਦਾ ਵਿਸ਼ਵਾਸ ਹੈ ਜਿੱਤਣਾ ਬੜਾ ਔਖਾ। ਤੇ ਇਹ ਹੁਣ ਜਿਵੇਂ ਸਿੱਧੂ ਸਾਹਿਬ ਨੇ ਜਿਹੜੀਆਂ 5 ਮੰਗਾਂ ਉਹਨਾਂ ਵਿੱਚ ਜਿਹੜੇ ਤੁਸੀਂ ਇਹ ਮੰਗ ਦੀ ਗੱਲ ਕੀਤੀ, ਜਿਹੜੇ ਕਾਨੂੰਨ ਹੈ ਜਿਹੜੇ ਰੱਦ ਜਿਹੜੇ ਕੀਤੇ ਜਾਣ, ਬਲਕਿ ਪੰਜਾਬ ਦੇ ਵਿੱਚ ਵੀ ਨਾ ਲਾਗੂ ਕੀਤੇ ਜਾਣ। ਜੀ ਸੈਣੀ ਜੀ, ਨਵਜੋਤ ਸਿੰਘ ਸਿੱਧੂ ਨੂੰ ਫਿਰ ਜਾਣਾ ਚਾਹੀਦਾ ਜੀ ਉਹਨਾਂ ਦੇ ਕੋਲ ਆਪ ਕਿਸਾਨਾਂ ਦੇ? ਜੀ ਦੇਖੋ, ਮੇਰੀ ਗੱਲ ਦਾ ਮੰਨਣਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਚੋਂ ਹੀ ਆਇਆ ਲੀਡਰ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਜਦ ਭਾਜਪਾ ਸੀਗੇ ਉਦੋਂ ਵੀ ਇੱਕ ਨੈਸ਼ਨਲ ਲੀਡਰ ਸੀ। ਤੇ ਇਹ ਤਾਂ ਹੈ ਨਹੀਂ ਕਿ ਜੇ ਇਹਨਾਂ ਨੇ ਪਾਰਟੀ ਚੇਂਜ ਕਰ ਲਈ ਇਹਨਾਂ ਦੇ ਲਿੰਕ ਨਹੀਂ ਹੋਣਗੇ ਨਰਿੰਦਰ ਮੋਦੀ ਜੀ ਨਾਲ ਜਾਂ ਅਮਿਤ ਸ਼ਾਹ ਜੀ ਨਾਲ। ਇਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਬਕਾਇਦਾ ਇੱਕ ਪੰਜਾਬ ਦਾ ਨੁਮਾਇੰਦਾ ਹੋਣ ਖਾਤਰ ਇਹ ਇੱਕ ਅਪੀਲ ਕਰਨ, ਇੱਕ ਆਪ ਦੀ ਤਰਫੋਂ ਇੱਕ ਲੈਟਰ ਲਿਖਣ ਜਾਂ ਉਹਨਾਂ ਪਰਸਨਲੀ ਮਿਲਣ ਜਾ ਕੇ ਤੇ ਉਹਨਾਂ ਨੂੰ ਦੱਸਣ ਕਿ ਪੰਜਾਬ ਦੇ ਕੀ ਹਾਲਾਤ ਹੈ, ਕਿ 600 ਤੋਂ ਵੱਧ ਜਿਹੜਾ ਕਿਸਾਨ ਆ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋ ਗਿਆ। 8 ਮਹੀਨੇ ਤੋਂ ਵੱਧ ਸਮਾਂ ਹੋ ਚੱਲਿਆ ਤੇ ਤੁਸੀਂ ਕਿਉਂ ਨਹੀਂ ਇਸ ਗੱਲ ਤੇ ਸੋਚਦੇ? ਬਿਲਕੁਲ ਸੈਣੀ ਜੀ, ਜਿਵੇਂ ਆਪਾਂ ਵੀਡੀਓ ਦੇਖਦੇ ਆ ਕਿ ਮੀਂਹ ਨਾਲ ਕੀ ਹਾਲ ਬਣਿਆ ਪਿਆ, ਉੱਥੇ ਪਾਣੀ ਕਿੰਨਾ ਕਿੰਨਾ ਖੜਿਆ ਹੋਇਆ ਹੈ। ਇਸ ਤਰ੍ਹਾਂ ਕੀ ਹੁਣ ਤਾਂ ਜਿਵੇਂ ਵੋਟਾਂ ਵੀ ਨੇੜੇ, ਨਵਜੋਤ ਸਿੰਘ ਸਿੱਧੂ ਨੂੰ ਤਾਂ ਆਪ ਜਾਣਾ ਚਾਹੀਦਾ ਉੱਥੇ। ਜੀ ਉਹੀ ਗੱਲ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਉੱਥੇ ਜਾਣ, ਭਾਵੇਂ ਨਰਿੰਦਰ ਮੋਦੀ ਕੋਲ ਜਾਣ, ਕਿਸੇ ਤਰੀਕੇ ਨਾਲ ਜੇ ਉਹ ਇਸ ਮਸਲੇ ਦਾ ਹੱਲ ਕਢਵਾ ਦਿੰਦੇ ਤੇ ਮੇਰੇ ਹਿਸਾਬ ਨਾਲ ਪੰਜਾਬ ਆਪਣੇ ਹੱਥਾਂ ਤੇ ਚੱਕ ਲੇਗਾ। ਜੀ ਸੈਣੀ ਜੀ, ਸੈਣੀ ਜੀ ਇਸੇ ਤਰ੍ਹਾਂ ਹੀ ਉਹਨਾਂ ਨੇ ਬਿਜਲੀ ਦੇ ਸਮਝੌਤਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਇੱਕ ਜੀ, ਕਿ ਜਿਹੜੇ ਉਹਨਾਂ ਨਾਲ ਸਮਝੌਤੇ ਹੋਏ ਆ ਉਹ ਸਾਰੇ ਪੀਪੀਐਸ ਨਾਲ ਰੱਦ ਕੀਤੇ ਜਾਣ। ਜੀ ਦੇਖੋ ਅਰਜੀ, ਜਿਹੜੇ ਬਿਜਲੀ ਦੇ ਸਮਝੌਤੇ ਹੋਏ ਸੀ ਉਦੋਂ ਨਵਜੋਤ ਸਿੰਘ ਸਿੱਧੂ ਸਰਕਾਰ ਦੇ ਵਿੱਚ ਸੀ ਜੀ। ਜੇ ਪਿਛਲੀ ਸਰਕਾਰ ਦੇ ਵਿੱਚ ਜਿਹੜਾ ਐਗਰੀਮੈਂਟ ਹੋਇਆ ਸੀ ਤੇ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਬੋਲਣਾ ਚਾਹੀਦਾ ਸੀ, ਉਦੋਂ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਬੋਲੇ? ਪਰ ਉਹ ਹੁਣ ਕਹਿ ਰਹੇ ਨੇ ਕਿ ਜਿਹੜਾ ਆਪਾਂ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ ਜਾਵੇ। ਜੀ ਬਿਲਕੁਲ, ਮੈਂ ਉਸ ਗੱਲ ਤੇ ਵੀ ਆਉਣਾ। ਉਸ ਤੋਂ ਬਾਅਦ ਜਦ ਇਹਨਾਂ ਨੂੰ ਬਿਜਲੀ ਮਹਿਕਮੇ ਦੀ ਕੈਪਟਨ ਸਰਕਾਰ ਨੇ ਆਫਰ ਕੀਤਾ ਸੀ ਕਿ ਤੁਸੀਂ ਬਿਜਲੀ ਮਹਿਕਮਾ ਲੈ ਲਓ, ਤੇ ਨਵਜੋਤ ਸਿੰਘ ਸਿੱਧੂ ਨੂੰ ਪਤਾ ਸੀ ਕਿ ਇਹ ਇੱਥੇ ਗੜਬੜ ਹੋਈ ਤੇ ਨਵਜੋਤ ਸਿੰਘ ਸਿੱਧੂ ਆਪ ਦਾ ਮਹਿਕਮਾ ਲੈਂਦੇ ਬਿਜਲੀ ਦਾ ਤੇ ਇਹ ਰੱਦ ਕਰਦੇ, ਉਦੋਂ ਇਹਨਾਂ ਨੇ ਕਿਉਂ ਨਹੀਂ ਕੀਤਾ ਜੀ? ਮੇਰੇ ਹਿਸਾਬ ਨਾਲ ਸਿਰਫ ਤੇ ਸਿਰਫ ਜੋ ਇਹ 5 ਡਿਮਾਂਡਾਂ ਲੈ ਕੇ ਗਏ ਆ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ, ਇਹ ਸਿਰਫ ਇੱਕ ਖਾਨਾ ਪੂਰਤੀ ਹੈ ਕਿ ਕੈਪਟਨ ਸਾਹਿਬ ਤੇ ਪ੍ਰੈਸ਼ਰ ਬਣਾਉਣ ਨੂੰ ਤੇ ਨਾਲੇ ਲੋਕਾਂ ਨੂੰ ਦਿਖਾਉਣ ਨੂੰ ਕਿ ਮੇਰੇ ਹੱਥ ਕੁਝ ਵੀ ਹੈ ਨਹੀਂ ਜੀ। ਜੋ ਕਰਨਾ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ, ਤੇ ਜੋ ਮਤਲਬ ਕਿ ਉਹਨਾਂ ਦਾ ਇੱਕੋ ਇੱਕ ਤਰੀਕਾ ਹੈਗਾ ਕਿ ਇਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਦੀ ਬਦਨਾਮੀ ਹੋ ਸਕੇ। ਬਿਲਕੁਲ ਜੀ। ਇਹਦੇ ਚ ਮੇਹੁਲ ਜੀ ਮੈਨੂੰ ਲੱਗਦਾ ਜਿਵੇਂ ਲੀਡਰੀ ਚਮਕਾ ਰਿਹਾ ਸਿੱਧੂ ਸਾਹਿਬ, ਕ੍ਰੈਡਿਟ ਲੈ ਰਿਹਾ ਕਿ ਇਹ ਮੁੱਦੇ ਨੇ ਜਿਹੜੇ ਇਹਨਾਂ ਤੇ ਡਿਸਕਸ ਹੋਣੀ ਚਾਹੀਦੀ ਹੈ, ਕਿਉਂ ਮੇਹੁਲ ਜੀ? ਬਿਲਕੁਲ ਗੁਲਾਬ ਜੀ, ਜਿਵੇਂ ਤੁਹਾਨੂੰ ਮੈਂ ਅੱਗੇ ਦੱਸਿਆ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਹੈ ਤੇ ਇੱਕ ਸਰਕਾਰੀ ਕੰਪਨੀ ਹੈ। ਪ੍ਰਾਈਵੇਟ ਕੰਪਨੀ ਦੇ ਮਾਲਕ ਸਿੱਧੂ ਜੀ ਹੈ ਤੇ ਸਰਕਾਰੀ ਦੇ ਕੈਪਟਨ ਅਮਰਿੰਦਰ ਸਿੰਘ ਹੈ। ਜੋ ਲਾਗੂ ਕਰਨਾ ਉਹ ਸਰਕਾਰ ਨੇ ਕਰਨਾ, ਪਰ ਪ੍ਰਾਈਵੇਟੀ ਤੌਰ ਤੇ ਜਿਹੜਾ ਖਾਨਾ ਪੂਰਤੀ ਜਿਹੜੀ ਕੀਤੀ ਜਾ ਰਹੀ ਹੈ, ਉਹੀ ਗੱਲਾਂ ਜੀ ਤੁਹਾਨੂੰ ਦੱਸ ਰਿਹਾ ਨਾ, ਜੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਵਧਾਣੀ ਹੈ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਵਧਾਣੀ ਹੈ। ਬਿਲਕੁਲ ਜੀ, ਜਿਵੇਂ ਉਹਨਾਂ ਪੰਜਵੀਂ ਮੰਗ ਹੀ ਇਹ ਰੱਖੀ ਹੈ ਕਿ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਜਿਵੇਂ ਹੋ ਗਏ ਅਧਿਆਪਕ ਹੋ ਗਏ, ਡਾਕਟਰ, ਨਰਸਾਂ, ਲਾਈਨਮੈਨ, ਸਫਾਈ ਕਰਮਚਾਰੀ ਦੀਆਂ ਮੰਗਾਂ ਦੀ ਸੁਣਾਈ ਕੀਤੀ ਜਾਵੇ ਜੀ। ਤੇ ਇਹਨਾਂ ਦਾ ਜਿਵੇਂ ਕਿੱਦਾਂ ਸਣੀ ਜੀ? ਜੀ ਅੱਜ ਜੀ ਮੈਂ ਉਹੀ ਗੱਲ ਕਹਿਣ ਲੱਗਾ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ 5 ਦੇ 5 ਪੁਆਇੰਟ ਹੀ ਸਿਰਫ ਉਹਨਾਂ ਨੇ ਇੱਕ ਪ੍ਰੈਸ਼ਰ ਬਿਲਡ ਕਰਨ ਵਾਸਤੇ ਕੀਤੇ ਹੈ। ਇਹ ਸਾਰੇ 5 ਦੇ 5 ਪੁਆਇੰਟ ਉਹਨਾਂ ਨੇ ਉਸ ਦਿਨ ਆਪਦੀ ਤਾਜਪੋਸ਼ੀ ਤੇ ਵੀ ਗੱਲ ਚੱਕੀ ਸੀ ਕਿ ਜੇ ਮੇਰੀ ਪ੍ਰਧਾਨਗੀ ਕਿਸੇ ਕੰਮ ਦੀ ਨਹੀਂ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਨਾ ਦਵਾ ਸਕੇ, ਜੇ ਮੈਂ ATT ਟੀਚਰਾਂ ਨੂੰ ਪੱਕਾ ਨਾ ਕਰਵਾ ਸਕਿਆ, ਇਹ ਪ੍ਰਧਾਨਗੀ ਕਿਸੇ ਕੰਮ ਦੀ ਨਹੀਂ, ਜੇ ਮੈਂ ਜਿਹੜੇ ਡਾਕਟਰ ਹੈਗੇ ਉਹਨਾਂ ਦੀ ਤਨਖਾਹਾਂ ਨਾ ਵਧਵਾ ਸਕਿਆ। ਤੇ ਇਹ ਤਾਂ ਇਹ ਸਾਰੀਆਂ ਗੱਲਾਂ ਤੋਂ ਆਲਰੇਡੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਚੁੱਕੇ ਆ। ਹੁਣ ਲੈਟਰ ਸਪੈਸ਼ਲ ਲਿਖ ਕੇ ਦੇਣ ਦਾ ਕੀ ਕਾਰਨ ਹੋ ਸਕਦਾ? ਬਿਲਕੁਲ ਜੀ, ਸਿਰਫ ਪ੍ਰੈਸ਼ਰ ਬਿਲਡ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਕਿ ਮੈਂ ਆਪਣੀ ਤਰਫ ਪੂਰਾ ਜ਼ੋਰ ਲਾ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਇਹ ਕੰਮ ਨਹੀਂ ਕਰ ਰਹੇ। ਪਰ ਸੈਣੀ, ਜਿਵੇਂ ਪਿੱਛੇ ਜਿਹਾ ਬਿਆਨ ਆਇਆ ਸੀ ਕੈਪਟਨ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਕਿ ਕੈਪਟਨ ਹੀ ਰਹਿਣਗੇ ਪੰਜਾਬ ਦੇ ਕੈਪਟਨ,
ਪਰ ਹੁਣ ਜਿਵੇਂ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਦਾ ਨਾਂ ਚਮਕਣ ਦੇ ਕੈਪਟਨ ਦੀ ਕੁਰਸੀ ਨੂੰ ਕੋਈ ਖਤਰਾ ਲੱਗ ਰਿਹਾ ਹੋਵੇ। ਦੇਖੋ ਜੀ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਹੈ, ਉਹ ਜਦੋਂ ਦਿੱਲੀ ਗਏ ਸੀ ਜਾਂ ਨਵਜੋਤ ਸਿੰਘ ਸਿੱਧੂ ਦਿੱਲੀ ਗਏ ਸੀ, ਉਦੋਂ ਹਾਈਕਮਾਨ ਨੇ ਬਿਆਨ ਜਾਰੀ ਕੀਤਾ ਸੀ ਕਿ ਜੋ CM ਹੈਗੇ ਉਹ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ। ਪਰ ਉਹਨਾਂ ਨੇ ਇੱਕ ਨਾਲ ਹੀ ਪੈਰਲਰ ਇੱਕ ਉਸੇ ਪਾਵਰ ਦਾ ਬੰਦਾ ਲਿਆ ਕੇ ਪੰਜਾਬ ਪ੍ਰਧਾਨ ਬਣਾ ਦਿੱਤਾ ਕਾਂਗਰਸ ਕਮੇਟੀ ਦਾ। ਹੁਣ ਗੱਲ ਇਹ ਹੈ ਕਿ ਜੋ ਟਿਕਟਾਂ ਦੀ ਵੰਡਾਈ ਹੋਣੀ ਹੈ ਅੱਗੇ ਇਲੈਕਸ਼ਨ ਦੇ ਵਿੱਚ, ਉਹਦੇ ਵਿੱਚ ਵੱਡਾ ਰੋਲ ਹੋਣਾ ਪੰਜਾਬ ਪ੍ਰਧਾਨ ਦਾ ਜੀ। ਇਸ ਕਰਕੇ ਜਿਹੜੇ ਕੈਪਟਨ ਦੇ ਪਾਲੇ ਦੇ ਬੰਦੇ ਸੀ ਜਾਂ ਕੈਪਟਨ ਦੇ ਜਿਹੜੇ ਖਾਸ ਜਿਵੇਂ ਸੁਖ ਸਰਕਾਰੀਆ ਜਾਂ ਸੁਖੀ ਰੰਧਾਵਾ ਨੂੰ ਮੰਨਿਆ ਜਾਂਦਾ ਸੀ ਕਿ ਜਿਨ੍ਹਾਂ ਨੂੰ ਕੈਬਨਿਟ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਦੇ ਵਿੱਚ ਬਣਾਇਆ ਸੀ, ਇਹ ਕੈਪਟਨ ਦੇ ਖਾਸ ਮੰਨੇ ਜਾਂਦੇ ਸੀ। ਤੇ ਇਹ ਪਹਿਲੀ ਵਾਰੀਆਂ 'ਚ ਹੀ ਜਿਵੇਂ ਆਪਾਂ ਦੇਖਿਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਹਰਿਮੰਦਰ ਸਾਹਿਬ ਜਾਂਦੇ ਤੇ ਇਹ ਸਾਰੇ ਉਸ ਬੱਸ ਦੇ ਵਿੱਚ ਸ਼ਾਮਲ ਸੀ ਜੀ। ਕਿਤੇ ਨਾ ਕਿਤੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਗਿਆ, ਕਿਉਂਕਿ ਜਿਵੇਂ ਸਿੱਧੂ ਆਏ, ਅੱਗੇ ਵੀ ਪੰਜਾਬ ਪ੍ਰਧਾਨ ਜਿਵੇਂ ਸੁਨੀਲ ਜਾਖੜ ਸੀ, ਉਹਨਾਂ ਦਾ ਐਡਾ ਹੋਲਡ ਨਹੀਂ ਸੀ ਜੀ। ਜੇ ਉਹਨਾਂ ਨੇ ਹਾਈਕਮਾਨ ਨੂੰ ਮੈਸੇਜ ਭੇਜਣਾ ਹੁੰਦਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੇ ਦੱਸਣਾ ਪੈਂਦਾ ਸੀ, ਫਿਰ ਭੇਜਦੇ ਸੀ। ਪਰ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਲਾਇਆ ਗਿਆ, ਇਹਨਾਂ ਦੀ ਸਿੱਧੀ ਗੱਲ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਹੈਗੀ ਤੇ ਇਹਨਾਂ ਨੂੰ ਕਿਸੇ ਵੀ ਵਿੱਚ ਮੈਸੇਜ ਲਾਉਣ ਵਾਲੇ ਬੰਦੇ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਦੇ ਕਰਕੇ ਜੋ ਖਤਰਾ ਉਹ ਜ਼ਿਆਦਾ ਵੱਧ ਗਿਆ ਹੋਇਆ। ਤੇ ਨਾਲ ਹੀ ਪਿਛਲੇ ਦਿਨੀ ਹਰੀਸ਼ ਰਾਵਤ ਨੇ ਇੱਕ ਬਿਆਨ ਵੀ ਜਾਰੀ ਕੀਤਾ ਕਿ ਜੋ ਮਤਲਬ ਕਿਸੇ ਪੱਤਰਕਾਰ ਨੇ, ਕਿਸੇ ਨਿੱਜੀ ਚੈਨਲ ਦੇ ਪੱਤਰਕਾਰ ਨੇ ਇੰਟਰਵਿਊ ਕਰ ਰਹੇ ਸੀ ਹਰੀਸ਼ ਰਾਵਤ ਦਾ, ਤੇ ਹਰੀਸ਼ ਰਾਵਤ ਜੀ ਨੇ ਕਿਹਾ ਕਿ ਜੋ ਇਲੈਕਸ਼ਨ ਲੜਿਆ ਜਾਏਗਾ ਉਹ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਦੀ ਹੋਊਗੀ ਤੇ ਅਗਵਾਈ ਨਵਜੋਤ ਸਿੱਧੂ ਕਰਨਗੇ। ਤੇ ਇਹ ਕਿਤੇ ਨਾ ਕਿਤੇ ਇਹ ਵੀ ਵੱਡਾ ਇੱਕ ਇਸ਼ਾਰਾ ਦਿੰਦਾ ਹੈ ਕਿ ਜੋ ਅਗਵਾਈ ਮਤਲਬ ਕਿ CM ਦਾ ਫੇਸ ਵੀ ਹੋ ਸਕਦੇ ਆ ਨਵਜੋਤ ਸਿੰਘ ਸਿੱਧੂ 2022 ਵਾਸਤੇ ਜੀ। ਗੁਰਲਾਲ ਜੀ, ਤੁਸੀਂ ਕਿਵੇਂ ਦੇਖਦੇ ਫਿਰ CM ਦੀ ਕੁਰਸੀ ਦਾ? ਮੈਂ CM ਦੀ ਕੁਰਸੀ ਤੇ ਤਾਂ ਹੋਣਾ, ਜਿਹੜੇ ਤੁਸੀਂ ਵੱਖ-ਵੱਖ ਜਿਹੜੇ ਜਥੇਬੰਦੀਆਂ ਦੀ ਤੁਸੀਂ ਗੱਲ ਕੀਤੀ ਕਿ ਜਿਹੜੇ ਇਸ ਵਕਤ ਧਰਨਿਆਂ ਤੇ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਾਹੇ ਗੱਲ ਕਰ ਲਓ, ਚਾਹੇ ਇਹ ਜਿਹੜੇ ਆਲਾ ਮੁਲਾਜ਼ਮ ਕਹਿ ਲਈਏ ਜਿਹੜੇ ਵਿਚਾਰੇ ਇਸ ਵਕਤ ਭੁੱਖ ਹੜਤਾਲਾਂ ਤੇ ਕਹਿ ਲਈਏ ਜਾਂ ਆਪਦੇ ਨੌਕਰੀ ਦੇ ਪੱਕੇ ਵਾਸਤੇ ਹੋਣ ਵਾਸਤੇ ਸੜਕਾਂ ਦੇ ਉੱਤੇ ਨੇ, ਇਹ ਮੀਟਿੰਗਾਂ ਦੇ ਦੌਰ ਦੇ ਵਿੱਚ ਇਹਨਾਂ ਨਾਲ ਬੜੀ ਕੋਸ਼ਿਸ਼ ਕੀਤੀ ਹੈ ਤੇ ਉੱਥੇ ਸਿੱਧੂ ਸਾਹਿਬ ਕਹਿੰਦੇ ਵੀ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਜਾਣ, ਮੀਟਿੰਗਾਂ ਕਰਕੇ ਇਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਜਿੱਥੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ, ਚਾਹੇ ਉਹ ਆਪਦੇ ਵੱਖ-ਵੱਖ ਫਾਰਮ ਹਾਊਸ ਤੇ ਜ਼ਰੂਰ ਬੈਠੇ ਰਹਿੰਦੇ ਆ, ਲੇਕਿਨ ਸਾਡੇ ਪੰਜਾਬ ਦੇ ਲੋਕਾਂ ਨੂੰ ਮਿਲਣਾ ਮੁਨਾਸਬ ਨਹੀਂ ਸਮਝਦੇ ਕਿ ਇਹਨਾਂ ਨੂੰ ਮਿਲ ਲਿਆ ਜਾਵੇ, ਇਹਨਾਂ ਦੀਆਂ ਮੰਗਾਂ ਕੀ ਨੇ। ਉਹੀ ਗੱਲ ਹੁਣ ਸਿੱਧੂ ਜਾ ਕੇ ਉਹਨਾਂ ਨੂੰ ਦੱਸਦੇ ਆ ਵੀ ਆਓ ਆਪਾਂ ਇਹਨਾਂ ਨੂੰ ਮਿਲ ਲਈਏ। ਤਾਂ ਜਿਹੜੇ ਕੀ ਅੱਜ ਉਹ ਸਿੱਧੂ ਦੇ ਕਹਿਣ ਉੱਤੇ ਜਿਹੜਾ ਇਹਨਾਂ ਲੋਕਾਂ ਨਾਲ ਮਿਲਣਗੇ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਹੱਲ ਕੱਢਿਆ ਜਾਏਗਾ। ਇਹਨਾਂ ਵਿੱਚੋਂ ਟੀਚਰ ਨੇ, ਜਿਸ ਤਰ੍ਹਾਂ ਤੁਸੀਂ ਸਫਾਈ ਕਰਮਚਾਰੀ ਜਾਂ ਇਸੇ ਤਰ੍ਹਾਂ ਹੋਰ ਕਈ ਡਿਪਾਰਟਮੈਂਟ ਦੇ ਜਿਹੜੇ ਲੋਕ ਨੇ ਜਿਹੜੇ ਧਰਨਿਆਂ ਤੇ ਅਸੀਂ ਅਕਸਰ ਦੇਖਿਆ, ਉਹਨਾਂ ਉੱਤੇ ਪੰਜਾਬ ਦੀਆਂ ਕਹਿ ਲਈਏ ਮੀਟਿੰਗਾਂ ਤਾਂ ਨਹੀਂ ਹੋਈਆਂ ਮੁੱਖ ਮੰਤਰੀ ਨਾਲ, ਪਰ ਇਹਨਾਂ ਤੇ ਲਾਠੀਆਂ ਦੀਆਂ ਮੀਟਿੰਗਾਂ ਜ਼ਰੂਰ ਹੋਈਆਂ। ਲਾਠੀਆਂ ਇਹਨਾਂ ਤੇ ਜ਼ਰੂਰ ਇਹਨਾਂ ਤੇ ਵਰਾਏ ਗਏ, ਸੋਟੇ ਵਰਾਏ ਗਏ, ਡਾਂਗਾ ਵਰਾਏ ਗਏ। ਇਹਦੇ 'ਚ ਨਾ ਉਹਨੇ ਵੇਖਿਆ ਚਾਹੇ ਉਹ ਔਰਤ ਹੈ, ਬੰਦਾ ਜਾਂ ਕੁਛ ਵੀ ਹੈ, ਉਹਨਾਂ ਨੇ ਇਹ ਨਹੀਂ ਦੇਖਿਆ, ਬਸ ਸੋਟੇ ਵਰਾਉਣੇ ਸ਼ੁਰੂ ਕਰ ਦਿੱਤੇ। ਇੱਕ ਲੋਕ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਸਰਕਾਰ ਨੂੰ ਚੁਣਿਆ ਤੇ ਸਰਕਾਰ ਸਾਨੂੰ ਹੀ ਕੁੱਟਣ ਦੀ ਹੈ। ਹੁਣ ਮੇਹੁਲ ਕਦੀ ਇਹ ਆਪਾਂ ਸੋਚਿਆ ਵੀ ਇੱਕ ਸਾਡੇ ਲੀਡਰ ਨੇ, ਆਪਾਂ ਉਹਨਾਂ ਨੂੰ ਚੁਣ ਕੇ ਲਿਆਂਦਾ ਤੇ ਅਸੀਂ ਉਹ ਲੀਡਰਾਂ ਕੋਲੋਂ ਮੰਗਣ ਜਾਈਏ ਤਾਂ ਉਹ ਉਲਟਾ ਸਾਡੇ ਤੇ ਉਹਨਾਂ ਦੇ ਜਿਹੜੇ ਪੁਲਿਸ ਵਾਲੇ ਆ ਜਿੰਨਾ ਉਹ ਸਾਡੇ ਤੇ ਲਾਠੀਆਂ ਵਰਾਉਣ ਲੱਗ ਪੈਂਦੇ ਆ। ਕਿਵੇਂ ਮੇਹੁਲ? ਮੈਂ ਵੀ ਇਹ ਚੀਜ਼ ਨੂੰ ਬੜਾ ਸੋਚ ਰਿਹਾ ਸੀਗਾ, ਤੁਸੀਂ ਕੀ ਕਹਿੰਦੇ ਹੋ? ਜੀ ਗੁਰਲਾਲ ਜੀ, ਇਹ ਤਾਂ ਦੇਖੋ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਜਦ ਲੀਡਰ ਵੋਟਾਂ ਜਿੱਤ ਜਾਂਦਾ ਤੇ ਉਸ ਦਿਨ ਸ਼ਾਮ ਨੂੰ ਚੰਡੀਗੜ੍ਹ ਆਪਦੀ ਕੋਠੀ ਵੇਖ ਲੈਂਦਾ ਕਿਹੜੇ ਸੈਕਟਰ 'ਚ ਲੈਣੀ ਹੈ ਜੀ। ਤੇ ਫਿਰ ਜਦੋਂ ਕੋਠੀ ਲੈ ਲੈਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਮੇਰਾ ਵਿਰੋਧ ਵੀ ਹੋਣਾ, ਤੇ ਫਿਰ ਉਹ ਕੋਠੀ ਵੀ ਉਸੇ ਟਿਕਾਣੇ ਤੇ ਲੈਂਦਾ ਜਿਹਦੇ 5-6 ਕਿਲੋਮੀਟਰ ਪਿੱਛੇ ਚੌਂਕੀ ਪੈਂਦੀ ਹੋਵੇ ਜੀ। ਉਹ ਜਦ ਫਿਰ ਕੋਈ ਵਿਚਾਰਾ ਆਪਣੇ ਵਰਗਾ ਮਾਤੜ ਬੰਦਾ ਉੱਥੇ ਜਾਂਦਾ ਕਿ ਮੇਰੀ ਵੀ ਨੌਕਰੀ ਮੈਨੂੰ ਵੀ ਦੇ ਦਿਓ, ਕਿ ਮੈਨੂੰ ਪੱਕਾ ਕਰ ਦਿਓ, ਤੇ ਉਹ ਫਿਰ 5 ਕਿਲੋਮੀਟਰ ਪਹਿਲੇ ਬੈਰੀਕੇਡਿੰਗ ਇਹੋ ਜਿਹੀ ਲਵਾ ਦਿੰਦੇ ਆ ਪੁਲਿਸ ਕੋਲੋਂ। ਤੇ ਫਿਰ ਪੁਲਿਸ ਜਾਂ ਡਾਂਗ ਵਾਰਦੀ ਫਿਰ ਵੇਖਦੀ ਨੀ ਕਿ ਬੱਚਾ ਹੈ ਕਿ ਵਿਕਲਾਂਗ ਹੈ, ਬਜ਼ੁਰਗ ਹੈ, ਕੌਣ ਹੈ। ਤੇ ਇਹ ਜਿਹੜਾ ਆਰਡਰ ਪੁਲਿਸ ਕਿਹੜਾ ਆਪਦੇ ਪੱਲੋਂ ਮਾਰਦੀ। ਜਦੋਂ 5 ਸਾਲ ਪੂਰੇ ਹੁੰਦੇ ਆ ਤੇ ਫਿਰ ਹੱਥ ਜੋੜ ਕੇ ਵੋਟ ਮੰਗਣ ਜਾਂਦੇ। ਮੈਂ ਤਾਂ ਇਹ ਵੀ ਬੜਾ ਹੈਰਾਨ ਆ, ਉਦੋਂ ਉਹਨਾਂ ਨੂੰ ਵਿਕਲਾਂਗ, ਉਹ ਕੱਚੇ ਅਧਿਆਪਕ ਜਾਂ ਕੁਛ ਵੀ ਨੇ, ਉਹ ਨਹੀਂ ਦਿਸਦੇ ਇਸ ਵਕਤ। ਉਦੋਂ ਉਹਨਾਂ ਨੂੰ ਬੜੀ ਹੋਰ ਇਹਨਾਂ ਦਾ ਚਿਹਰਾ ਬਦਲਿਆ ਹੁੰਦਾ। ਨਹੀਂ ਗੁਰਲਾਲ ਜੀ, ਜਦੋਂ ਫਿਰ ਵੋਟਾਂ ਦਾ ਟਾਈਮ ਆਉਂਦਾ ਫਿਰ ਤਾਂ ਵਿਕਲਾਂਗ ਨੂੰ ਪੁੱਛਦੇ ਵੀਲ ਚੇਅਰ ਕਿਹੜੀ ਲੈਣੀ ਹੈ, ਟਾਇਰ ਨਾਲ ਲੈਣੀ ਹੈ ਕਿ ਇਲੈਕਟ੍ਰੋਨਿਕ ਲੈਣੀ ਹੈ। ਬਿਲਕੁਲ ਜੀ। ਮਤਲਬ ਹੱਲਾਸ਼ੇਰੀ ਦੇਣ ਚ ਤੈਂ ਨੇ ਵੀ ਇਹ ਤੈਨੂੰ ਭੰਬੀਰੀ ਵਾਂਗੂ ਘੁਮਾ ਦਿਆਂਗੇ, ਤੇਰੀਆਂ ਧੂਣਾ ਧਮਾ ਦਿਆਂਗੇ, ਤੇਰੀਆਂ ਗੱਲਾਂ ਚਾਰੇ ਪਾਸੇ ਹੋਣੀਆਂ ਨੇ। ਫਿਰ ਇਸ ਤਰੀਕੇ ਦੀਆਂ ਗੱਲਾਂ ਕਰਦੇ ਆ। ਅੱਜ ਕੱਲ ਗੁਰਲਾਲ ਜੀ ਇੱਕ ਨਵੀਂ ਥੈਰੇਪੀ ਬੜੀ ਚੱਲੀ ਹੈ, ਜਿਹੜੇ
ਲੀਡਰ ਹੈਗੇ ਜਦੋਂ ਜਾਂਦੇ ਪਿੰਡਾਂ ਦੇ ਵਿੱਚ ਅੱਗੇ ਤਾਂ ਨੌਜਵਾਨ ਮਗਰ ਲੱਗ ਜਾਂਦੇ ਹੁੰਦੇ ਸੀ। ਹੁਣ ਇੱਕ ਨੌਜਵਾਨਾਂ ਨੂੰ ਕਹਿੰਦੇ ਕੋਈ ਨੀ ਟੈਨਸ਼ਨ ਨਾ ਲੈ, ਅਗਲਾ MLA ਤੈਨੂੰ ਹੀ ਬਣਾਉਣਾ ਜੀ। ਤੇ ਉਹ ਅਗਲਾ ਹੁੰਦਾ ਮੁੰਡਾ ਜਾਂ ਜੋ ਵੀ ਨੌਜਵਾਨ ਹੁੰਦਾ ਉਹ ਪੰਪ ਚ ਆ ਜਾਂਦਾ ਕਿ ਲੈ ਵੀ ਹੁਣ ਮੈਨੂੰ ਮੰਤਰੀ ਕਹਿ ਕੇ ਅਗਲਾ MLA ਤੈਨੂੰ ਬਣਾਉਣਾ, ਤੇ ਉਹਨੂੰ ਬਣਾਉਂਦੇ ਅਗਲੇ ਵਾਰੀ ਸਰਪੰਚ ਵੀ ਆਣੇ। ਪਰ ਸੈਣੀ ਜੀ ਮੈਂ ਤੁਹਾਨੂੰ ਰੋਕਾਂਗਾ, ਜਿਵੇਂ ਹੁਣ ਕਿ ਕਿਸਾਨੀ ਦੇ ਧਰਨੇ ਦੇ ਚੱਕਰ 'ਚ ਕਈ ਪਿੰਡਾਂ ਦੇ ਵਿੱਚ ਨੌਜਵਾਨ ਏਕਤਾ ਵੀ ਦਿਖਾ ਰਿਹਾ ਕਿ ਆਪਦੇ ਪਿੰਡਾਂ ਦੇ ਵਿੱਚ ਫਲੈਕਸ ਵੀ ਲਗਾ ਰਿਹਾ ਕਿ ਕੋਈ ਵੀ ਸਿਆਸੀ ਪਾਰਟੀ ਦਾ ਬੰਦਾ ਸਾਡੇ ਪਿੰਡ ਦੇ ਵਿੱਚ ਦਖਲ ਨਾ ਦੇਵੇ। ਓਏ ਤਾਂ ਜੀ ਨਹੀਂ, ਇਹ ਮੈਂ ਗੱਲ ਰੋਕਦਾ ਮੇਹੁਲ ਤੇ ਅਸੀਂ ਇਹਦੇ ਤੇ ਪਹਿਲਾਂ ਹੀ ਬੜੀ ਚਰਚਾ ਕਰ ਚੁੱਕੇ ਹਾਂ। ਅਰਸ਼ ਸਵਾਦ ਤਾਂ ਹੈ ਨਾ, ਜੈਸੀ ਤੁਸੀਂ ਕਿਸਾਨ ਹੋ, ਜੇ ਕਿਸਾਨ ਹੋ ਤੇ ਫਿਰ ਕਿਸਾਨ ਬਣ ਕੇ ਰਹੋ, ਫਿਰ ਵਿੱਚ ਅੱਧਾ ਕ੍ਰੈਡਿਟ ਉਹ ਵੀ ਨਹੀਂ ਨਾ ਲੈਣਾ ਚਾਹੀਦਾ। ਅਸੀਂ ਸਿਆਸਤਦਾਨਾਂ ਦੇ ਪਿੱਛੇ, ਅਸੀਂ ਤਸਵੀਰ ਵੀ ਉਸ ਦਿਨ ਮੈਂ ਚੰਡੀਗੜ੍ਹ ਗਿਆ ਸੀਗਾ ਇਸੇ ਚੱਕਰ 'ਚ, ਇੱਕ ਪਾਸੇ ਬਾਪੂ ਲਾਭ ਸਿੰਘ ਬੈਠੇ, ਇੱਕ ਪਾਸੇ ਉਹ ਬੈਠੇ ਨੇ। ਕਿਸਾਨ ਦੀ ਨਹੀਂ ਢੂਈ ਮਾਰਿਆ ਤਾਂ ਆਪਾਂ ਕਿਸਾਨ ਕਿਹਨੂੰ ਕਹਾਂਗੇ? ਜਦੋਂ ਅੰਨਦਾਤਾ ਹੀ ਵਿਕ ਜੇ, ਅੰਨਦਾਤਾ ਹੀ ਨਾ ਰਵੇ, ਫਿਰ ਅਸੀਂ ਅੰਨਦਾਤੇ ਦਾ ਦਰਜਾ ਕਿਹਨੂੰ ਦਿਆਂਗੇ? ਇੱਕ ਬੜਾ ਵੱਡਾ ਦਰਜਾ ਹੈ ਅਰਸ਼ ਅੰਨਦਾਤੇ ਦਾ। ਮੇਹੁਲ ਨੂੰ ਵੀ ਪਤਾ ਕਿ ਅੰਨਦਾਤਾ ਅਸੀਂ ਕਿਹਨੂੰ ਕਹਿੰਦੇ ਆ? ਜਿਹਨਾਂ ਸਾਨੂੰ ਅੰਨ ਦਿੰਦਾ। ਉਹ ਜਦੋਂ ਕਹਿੰਦੇ ਆ ਮੇਹੁਲ, ਉਹ ਕਹਿੰਦੇ ਜਿਹੜੀ ਇੱਕ ਆਉਂਦੇ ਬਾਜ਼ਾਰ ਦੇ ਵਿੱਚ ਦਵਾਈ ਆਈ ਸਿਉਂਕ ਮਾਰਨ ਵਾਲੀ, ਤੇ ਉਹ ਸਿਉਂਕ ਮਾਰਨ ਵਾਲੀ ਦਵਾਈ ਨੂੰ ਸਿਉਂਕ ਪੈ ਜੇ ਤੇ ਉਹ ਫਿਰ ਵੇਖੋ ਆਪਾਂ ਕਿੱਥੇ ਕਿਹੜੀ ਜਗ੍ਹਾ ਤੇ ਆ। ਸਿਉਂਕ ਮਾਰਨ ਵਾਲੀ ਨੂੰ ਸਿਉਂਕ ਪੈ ਜੇ ਤੇ ਫਿਰ ਕਿੱਥੇ ਅਸੀਂ ਤਰੱਕੀ ਭਾਲਦੇ ਆ ਇਸ ਦੇਸ਼ ਦੇ ਵਿੱਚ? ਜੀ ਉਹੀ ਗੱਲ ਹੈਗੀ ਹੈ ਨਾ ਕਿ ਇਹ ਦੇਖੋ ਮੰਨਣਾ ਚਾਹੇ ਨਾ ਮੰਨੋ, ਜਿਹੜਾ ਕਿਸਾਨੀ ਮੋਰਚਾ ਨੇ ਬੜਾ ਵੱਡਾ ਫੇਰ ਬਦਲ ਲਿਆਂਦਾ ਪੰਜਾਬ ਦੇ। ਬਿਲਕੁਲ ਕਿਤੇ ਨਾ ਕਿਤੇ ਜਿਵੇਂ ਆਪਾਂ ਵੇਖਿਆ ਸਾਡੇ ਜਾਟ ਭਰਾ, ਹਰਿਆਣੇ ਵਾਲੇ ਭਰਾ ਹੈ, ਉਹ ਪੂਰੀ ਸਖਤੀ ਨਾਲ ਜਿਹੜੀ ਹੈਗੀ ਹੈ ਇਹਨਾਂ ਦੀ ਵਿਰੋਧਤਾ ਕਰਦੇ। ਈਵਨ ਤਾਂ ਕਿ ਉਹਨਾਂ ਨੇ ਆਪਦੇ ਪਿੰਡਾਂ ਦੇ ਬਾਹਰ ਲਿਖ ਕੇ ਨਹੀਂ ਲਾਇਆ, ਉਹਨਾਂ ਨੇ ਆਪਦੇ ਦੋ ਬੰਦੇ ਵੀ ਪਿੰਡਾਂ ਦੇ ਬਾਹਰ ਪਾਤੇ ਕਿ ਜੇ ਕੋਈ ਬਕਾਇਦਾ ਲੀਡਰ ਦੀ ਗੱਡੀ ਜਾਂ ਕੋਈ ਲੀਡਰ ਦਾ ਫੀਲਾ ਇੱਥੇ ਮੇਹੁਲ ਜੀ ਉਹ ਤਾਂ ਗੱਡੀ ਤੋੜ ਦਿੰਦੇ। ਜਦੋਂ ਗੱਡੀ ਪਿੰਡ 'ਚ ਬਣਨ ਲੱਗਦੀ ਉਹ ਗੱਡੀ ਦੇ ਉੱਤੇ ਐ ਪੈਂਦੇ ਜਿਵੇਂ ਝੁੰਡ ਜਿਵੇਂ ਪੈਂਦਾ। ਜੀ ਦੇਖਿਆ ਇਹਨਾਂ ਦੀ ਸਰਕਾਰ ਵੀ BJP ਦੀ ਆ ਉੱਥੇ। ਉਹੀ ਨਾ ਤੁਹਾਨੂੰ ਦੱਸ ਰਿਹਾ ਕਿ ਸਗੋਂ ਆਪਣੇ ਤਾਂ ਹਜੇ ਜਿਹੜੀ ਕੈਪਟਨ ਸਰਕਾਰ ਹੈ ਕਿਤੇ ਨਾ ਕਿਤੇ ਸਪੋਰਟ ਕਰਦੀ ਹੈ ਕਿਸਾਨੀ ਮੋਰਚੇ ਨੂੰ। ਉੱਥੇ ਤਾਂ ਸਰਕਾਰ ਵੀ ਉਹ ਤਾਂ ਸ਼ਰੇਆਮ ਹੀ ਜਿਹੜੇ ਹਰਿਆਣੇ ਵਾਲੇ ਸਾਡੇ ਭਰਾ ਹੈ ਉਹ ਤਾਂ ਪਿੰਡਾਂ ਦੇ ਬਾਹਰ ਦੋ ਬੰਦੇ ਦੀ ਬਕਾਇਦਾ ਡਿਊਟੀਆਂ ਲਾਈਆਂ ਕਿ ਜੇ ਕੋਈ ਪੀਲੇ ਦੀ ਗੱਡੀ ਇੱਧਰ ਨੂੰ ਮੁੜਦੀ ਹੈ ਤੇ ਤੁਸੀਂ ਉਹਨੂੰ ਉੱਥੋਂ ਹੀ ਮੋੜ ਦਿਓ ਕਿ ਬਈ ਤੇਰੀ ਜੇ ਅੱਗੇ ਜਾਣਾ ਤੇ ਤੇਰੀ ਜ਼ਿੰਮੇਵਾਰੀ ਆਪਦੀ ਹੋਊਗੀ ਜੀ। ਆਪਣੇ ਪੰਜਾਬ ਵਾਲੇ ਕੀ ਕਰਦੇ ਆ, ਉੱਪਰੋਂ ਕਹਿਣਗੇ ਕਿ ਹਾਂ ਸਾਰੇ ਨਹੀਂ, ਕੁਛ ਵਿੱਚੋਂ ਇਹੋ ਜਿਹੇ ਹੁੰਦੇ ਪਿੰਡ ਦੇ ਵਿੱਚ 3 4 10 ਬੰਦੇ ਇਹੋ ਜਿਹੇ ਹਰੇਕ ਪਿੰਡ 'ਚ ਹੁੰਦੇ ਆ ਜਿਹੜੇ ਉੱਤੋਂ ਤਾਂ ਕਹਿਣਗੇ ਨਹੀਂ ਜੀ ਕਿਸਾਨੀ ਮੋਰਚਾ ਜਿੰਦਾਬਾਦ, ਤੇ ਅੰਦਰੋਂ ਜਾ ਕੇ ਲੀਡਰ ਨੂੰ ਵੀ ਕਹਿ ਦੇਣਗੇ ਜੀ ਫਲਾਨਾ ਵੀ ਉੱਥੇ ਗਿਆ ਹੋਇਆ ਜੀ, ਉਹ ਤਾਂ ਕਹਿੰਦਾ ਸੀ ਤੁਹਾਡੇ ਨਾਲ ਜਾਣਾ, ਤੇ ਐ ਕਿ ਉਹਨੂੰ ਮਨਾ ਕਰਤਾ ਆਪਾਂ, ਐ ਕਿ ਉਹਨੂੰ ਸਰਪੰਚੀ ਨਹੀਂ ਦੇਣੀ, ਐ ਕਿ ਇਹਨੂੰ ਲੰਬੜਦਾਰੀ ਨਹੀਂ ਦੇਣੀ। ਪਰ ਸੈਣੀ ਜੀ ਆਪਾਂ ਹੁਣ ਇੱਧਰ ਆਈਏ 5 ਮੰਗਾਂ ਦੇ ਨਵਜੋਤ ਸਿੰਘ ਸਿੱਧੂ ਦੀਆਂ, ਕੀ ਤੁਹਾਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਤੁਰਨਗੇ ਨਾਲ, ਪੂਰੀਆਂ ਕਰਨਗੇ ਉਹਨਾਂ ਦੇ? ਦੇਖੋ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਜਦ ਦੇ ਨਵਜੋਤ ਸਿੰਘ ਸਿੱਧੂ ਸਰਗਰਮ ਹੋਏ ਆ, ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਕੰਮ ਕਰਨ ਦਾ ਤਰੀਕਾ ਬਦਲ ਲਿਆ। ਅੱਗੇ ਕੈਪਟਨ ਅਮਰਿੰਦਰ ਸਿੰਘ ਕਿਸੇ MLA MP ਨੂੰ ਟਾਈਮ ਨਹੀਂ ਦਿੰਦੇ, ਹੁਣ ਅੱਜ ਕੱਲ ਜੋ ਕੈਪਟਨ ਅਮਰਿੰਦਰ ਸਿੰਘ ਹੈ ਉਹ ਤਾਂ ਈਵਨ ਤੱਕ ਕਿ ਜ਼ਿਲ੍ਹੇ ਇੰਚਾਰਜ ਨੂੰ ਵੀ ਟਾਈਮ ਦੇ ਰਹੇ ਕਿ ਜਿਹਨੇ ਮੈਨੂੰ ਮਿਲਣਾ ਆ ਕੇ ਮਿਲੋ। ਕੋਈ ਕੰਮ ਕਰਾਉਣ ਵਾਲਾ, ਕਿਸੇ ਦਾ ਕੋਈ ਕੰਮ ਅੜਿਆ, ਕਿਸੇ ਦੇ ਕੋਈ ਜ਼ਿਲ੍ਹੇ ਦਾ ਸੀਵਰੇਜ ਦਾ ਪਾਸ ਨਹੀਂ ਹੋ ਰਿਹਾ, ਕਿਸੇ ਦਾ ਕੋਈ ਠੇਕਾ ਨਹੀਂ ਪਾਸ ਹੋ ਰਿਹਾ, ਕਿਸੇ ਦਾ ਕੋਈ ਕੰਮ ਅੜਦਾ ਸਰਕਾਰੀ ਕੰਮ ਕਰਕੇ, ਕਿਸੇ ਦਾ ਕੋਈ ਵਿਕਾਸ ਕੰਮ ਖੜਿਆ ਹੋਇਆ, ਤੇ ਉਹ ਕਹਿੰਦੇ ਕਿ ਮੈਨੂੰ ਮਿਲੋ, ਆ ਕੇ ਸਿੱਧਾ ਮਿਲੋ। 1-2 ਦਿਨ ਦੇ ਵਿੱਚ ਤੁਸੀਂ ਸਿੱਧੀ ਅਪਾਇੰਟਮੈਂਟ ਹੁਣ ਤੁਸੀਂ ਬੁੱਕ ਕਰ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਤੇ ਹੁਣ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਹੋਇਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੱਗੇ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਮੇਰਾ ਆਖਰੀ ਇਲੈਕਸ਼ਨ ਹੈ, ਪਰ ਹੁਣ ਜੋ ਰੁਚੀ ਇਹਨਾਂ ਦੀ ਲੱਗ ਰਹੀ, ਤੇ ਲੱਗਦਾ ਹੈ ਕਿ ਇੱਕ ਵਾਰੀ 2022 ਦੀ ਇਲੈਕਸ਼ਨ ਫੇਰ ਲੜਨ ਦਾ ਇਰਾਦਾ ਬਣਾਇਆ। ਸੈਣੀ ਜੀ ਲੱਗਦਾ ਨਹੀਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਸੱਚੀ ਅਖੀਰਲਾ ਇਲੈਕਸ਼ਨ ਬਣਾ ਦੇਣਗੇ? ਦੇਖੋ ਇਹ ਤਾਂ ਹੁਣ ਸਮਝ ਦੱਸੇਗਾ ਕਿ ਕੌਣ ਅਖੀਰਲਾ, ਕਿਹਦਾ ਇਲੈਕਸ਼ਨ ਅਖੀਰਲਾ ਬਣਦਾ ਤੇ ਕਿਹਦਾ ਇਲੈਕਸ਼ਨ ਪਹਿਲਾ ਬਣਦਾ, ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਐਜ਼ ਅ CM ਲੜਨਗੇ ਤੇ ਉਹਨਾਂ ਵਾਸਤੇ ਪਹਿਲਾ ਇਲੈਕਸ਼ਨ ਹੋਊਗਾ ਐਜ਼ ਅ CM, ਤੇ ਜੇ ਕੈਪਟਨ ਅਮਰਿੰਦਰ ਸਿੰਘ ਲੜਨਗੇ ਤੇ ਹੋ ਸਕਦਾ ਹੈ ਕਿ ਵੀ ਲਾਰਾ ਲਾ ਦੇਣ ਕਿ ਮੇਰਾ ਵੀ ਆਖਰੀ ਇਲੈਕਸ਼ਨ ਹੈ, ਮੈਨੂੰ ਵੋਟਾਂ ਪਾ ਦਿਓ, ਕਰੀ ਜਿਤਾ ਦਿਓ, ਫਿਰ ਅਗਲੀ ਵਾਰੀ ਫਿਰ ਵੇਖ ਜਾਊਗੀ। ਗੁਰਲਾਲ ਜੀ ਤੁਸੀਂ ਕੀ ਫਿਰ ਦੇਖਦੇ 5 ਮੰਗਾਂ ਦੇ? ਮੈਂ ਤਾਂ ਜੀ ਪੰਜਾਬੀਆਂ ਦੇ ਨਾਲ ਆ। ਜਿਹੜੀ ਤੁਸੀਂ ਆਸ ਦੀ ਗੱਲ ਰੱਖੀ ਹੈ, ਆਸ ਦੀ ਸ਼ੁਰੂਆਤ ਕੀਤੀ, ਆਸ ਜਿਹੜੀ ਸਾਡੇ ਲੋਕਾਂ ਦੀ ਆਸ ਬੱਝੀ ਹੈ, ਉਹ ਉਸੇ ਤਰ੍ਹਾਂ ਸਾਡੀ ਵੀ ਆਸ ਬੱਝੀ, ਅਸੀਂ ਵੀ ਉਹਨਾਂ ਦੇ ਵਿੱਚੋਂ ਆ। ਪਰ ਸਿਆਸਤਦਾਨਾਂ ਦੇ ਵਾਅਦਿਆਂ 'ਚ ਕਦੀ ਕੁਛ ਨਿਕਲਿਆ ਨਹੀਂਗਾ। ਵਾਅਦੇ ਜ਼ਰੂਰ ਦਿੰਦੇ ਆ, ਹੱਲਾਸ਼ੇਰੀ ਜ਼ਰੂਰ ਦਿੰਦੇ ਆ, ਪਰ ਸਮਾਂ ਹਜੇ ਵੀ ਹੈ ਤੇ ਆਸ ਰੱਖਣੀ ਵੀ ਚਾਹੀਦੀ ਹੈ। ਤੇ
ਇਸ ਆਸ ਦੇ ਵਿੱਚ ਐਸੀ ਹੈ ਤੇ ਇਸ ਆਸ ਦੇ ਵਿੱਚ ਪਰ ਸਾਰੇ ਕੀ ਗੁਰਲਾਲ ਜੀ ਲੱਗਦਾ ਪੰਜਾਬੀ ਫਿਰ ਜੁੜਨਗੇ ਇਹਨਾਂ ਦੇ ਨਾਲ ਜੇ ਮੰਗਾਂ ਨਹੀਂ ਇਹ ਹੁਣ ਪੂਰੀਆਂ ਵਕਤ ਕਰਦੇ? ਦੱਸੇਗਾ ਨਾ, ਇਹ ਹੁਣ ਵਕਤ ਤੇ ਲੋਕਾਂ ਨੂੰ, ਲੋਕਾਂ ਦੇ ਹੱਕ ਦੇ, ਜੇ ਲੋਕ ਹੀ ਨਹੀਂ ਚੰਗੇ ਲੀਡਰ ਚੁਣਨਾ ਚਾਹੁੰਦੇ ਉੱਥੇ ਅਸੀਂ ਕੀ ਕਰ ਸਕਦੇ ਹਾਂ? ਅਸੀਂ ਜਿੰਨੇ ਮਰਜ਼ੀ ਗੱਲ ਦੇ ਪਤੇ ਦੇ ਪ੍ਰੋਗਰਾਮ ਕੀਤੀ ਜਾਈਏ, ਜਿੰਨੀ ਮਰਜ਼ੀ ਡਿਸਕਸ਼ਨ ਕੀਤੀ ਜਾਈਏ, ਚਾਹੇ ਪੰਜਾਬ ਨੂੰ ਸੋਹਣਾ, ਚਾਹੇ ਵਾਤਾਵਰਨ, ਹੈਲਥ, ਐਜੂਕੇਸ਼ਨ, ਇਹ ਵਿਸ਼ੇ ਨਹੀਂ, ਸਾਡੇ ਲੋਕ ਨਹੀਂ ਇਹਨਾਂ ਨੂੰ ਸਮਝਦੇ, ਧਾਰਮਿਕ ਵਿਸ਼ਾ ਹੋ ਗਿਆ, ਜੇ ਇਹਨਾਂ ਵਿਸ਼ਿਆਂ ਉੱਤੇ ਗੱਲ ਹੀ ਨਹੀਂ ਕਰਨੀ ਚਾਹੁੰਦੇ ਲੋਕ, ਤਾਂ ਫਿਰ ਤੁਸੀਂ ਕਿਵੇਂ ਪੰਜਾਬ ਨੂੰ ਬਦਲ ਸਕਦੇ ਹੋ? ਇਹ ਨਹੀਂ ਤੁਸੀਂ ਕਹਿ ਸਕਦੇ ਲੋਕਾਂ ਦੇ ਹੱਥ ਹੈ, ਉਹ ਚੰਗਾ ਚਾਹੁੰਦੇ ਆ, ਬਦਲਾਵ ਚਾਹੁੰਦੇ ਆ ਤਾਂ ਬਦਲਾਵ ਆਏਗਾ, ਜੇ ਨਹੀਂ ਚਾਹੁੰਦੇ ਤੇ ਪੰਜਾਬ ਦੇ ਵਿੱਚ ਬਦਲਾਵ ਨਹੀਂ ਆਏਗਾ। ਜੀ ਗੁਰਲਾਲ ਸਿੰਘ ਜੀ, ਗੱਲ ਪਤੇ ਦੀ ਪ੍ਰੋਗਰਾਮ ਲਈ ਟਾਈਮ ਕੱਢਿਆ, ਬਹੁਤ ਧੰਨਵਾਦ। ਧੰਨਵਾਦ ਜੀ ਹਰਸ਼। ਧੰਨਵਾਦ ਸੈਣੀ ਜੀ ਤੁਹਾਡਾ ਬਹੁਤ ਬਹੁਤ ਜੀ, ਤੁਸੀਂ ਕੀਮਤੀ ਟਾਈਮ ਕੱਢਿਆ ਆਪਦਾ। ਸ਼ੁਕਰੀਆ ਅਰਸ਼ ਜੀ, ਸ਼ੁਕਰੀਆ ਗੁਰਲਾਲ ਜੀ, ਧੰਨਵਾਦ ਜੀ। ਜੀ ਇਸੇ ਤਰ੍ਹਾਂ ਹੀ ਇਹ ਸੀ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ 5 ਮੰਗਾਂ ਉਹਨਾਂ ਕੈਪਟਨ ਅਮਰਿੰਦਰ ਸਿੰਘ ਜੀ ਅੱਗੇ ਰੱਖੀਆਂ ਸੀ, ਇਹਨਾਂ ਦੇ ਖਾਸ ਵਿਚਾਰ ਚਰਚਾ ਕੀਤੀ ਹੈ। ਸਾਡੇ ਨਾਲ ਜੁੜੇ ਸੀ ਮੇਹੁਲ ਸੈਣੀ ਜੀ ਨੀਦਰਲੈਂਡ ਤੋਂ ਤੇ ਗੁਰਲਾਲ ਸਿੰਘ ਜੀ ਸਟੂਡੀਓ ਤੋਂ। ਇਸੇ ਤਰ੍ਹਾਂ ਹੀ ਤੁਸੀਂ PBC ਨਿਊਜ਼ ਨਾਲ ਜੁੜੇ ਰਹੋ, ਯਾਨੀ ਕਿ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹਿਣਾ PBC ਨਿਊਜ਼।